ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਵੰਦਿਆਂ ਵਿਚੈ ਹੋਵੈ ਮੁਕਤ ਜੋਗ ਨ ਭਗਵੀ ਕਪੜੀ ਜੋਗ ਨ ਮੈਲੈ ਵੇਸ਼ ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ਼। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੋਹਣਾ ਮੁੰਦੇ ਹਰਨਾਖੀਏ ਗੂੜਾ ਵਹਿਣ ਅਪਾਰ ਪਹਿਲਾਂ ਵਸਤ ਸਜਾਣ ਕੈ ਤਾਂ ਕੀਚੈ ਵਪਾਰ। ਦੋਹੀ ਦਿਚੈ ਦੁਰਜਨਾ ਮਿੱਤਰਾਂ ਕੂ ਜੈਕਾਰ ਜਿਤ ਦੋਹੀ ਸਜਣ ਮਿਲਣਾ ਲਹੋ ਮੁੰਦੇ ਵਿਚਾਰ। ਮਨ ਤਨ ਦੀਜੈ ਸਜਣਾ ਐਸਾ ਹਸਣ ਸਾਰ ਤਿਸ ਸਿਉ ਨੇਹ ਨਾ ਕੀਚਈ ਜੇ ਦਿਸੈ ਚੱਲਣ ਹਾਰ। ਨਾਨਕ ਜਿਨੀ ਏਮ ਕਰ ਬੁਝਿਆ ਤਿੰਨਾਂ ਬਿਟੋਂ ਕੁਰਬਾਨ। ਨਾਨਕ ਜਿਨੀ ਏਮ ਕਰ ਬੁਝਿਆ ਤਿੰਨਾਂ ਬਿਟੋਂ ਕੁਰਬਾਨ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰ ਜੀ ਦੀ ਗੋਦ ਵਿੱਚ ਬੈਠ ਕੇ ਅੱਜ ਦਾ ਇਹ ਗੁਰਮਤਿ ਸਮਾਗਮ ਜੋ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਪਰਿਵਾਰ ਨੇ ਆਪਣੇ ਬੇਟੇ ਦੇ ਆਨੰਦ ਕਾਰਜ ਹੋਣ ਤੋਂ ਉਪਰੰਤ ਉਸ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਦਾ ਇਹ ਸਮਾਗਮ ਉਲੀਕਿਆ, ਜਿਸ ਵਿੱਚ ਆਪਾਂ ਸਾਰੇ ਬੜੇ ਪਿਆਰ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਹਾਜ਼ਰੀ ਭਰ ਰਹੇ ਹਾਂ। ਜਿਨ੍ਹਾਂ ਨੇ ਵੀ ਜਲ ਪਾਣੀ ਛਕ ਲਿਆ, ਬੇਨਤੀ ਹੈ ਕਿਉਂਕਿ ਅਸੀਂ ਆਦੀ ਨਹੀਂ ਹਾਂ ਇਹਨਾਂ ਮੌਕਿਆਂ ਤੇ ਬਾਣੀ ਦਾ ਕੀਰਤਨ, ਬਾਣੀ ਦੀਆਂ ਵਿਚਾਰਾਂ ਸੁਣਨ ਦੇ, ਕਿਉਂਕਿ ਸਮਾਜ ਜਿਸ ਵਹਿਣ 'ਚ ਵਹਿਆ ਉਹ ਆਪਾਂ ਨੂੰ ਪਤਾ ਹੀ ਹੈ। ਕਈਆਂ ਨੂੰ ਤਾਂ ਇਹ ਬੜਾ ਆਊਟ ਲੱਗਣਾ ਹੈ ਕਿ ਆਨੰਦ ਕਾਰਜ ਹੋ ਚੁੱਕਾ ਹੈ, ਬਾਅਦ ਵਿੱਚ ਇੱਦਾਂ ਦੇ ਸਮਾਗਮ ਦੀ ਕੀ ਲੋੜ ਹੈ। ਗੁੱਸਾ ਨਾ ਮਨਾਇਓ, ਇਹ ਸੱਚ ਹੈ। ਕਿਉਂਕਿ ਅਸੀਂ ਤੇ ਆਨੰਦ ਕਾਰਜਾਂ ਤੇ ਵੀ 10-15 ਮਿੰਟ ਸਰੂਪ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਉਂਦੇ ਹਾਂ। ਦਵਾ ਦਵ ਕਾਹਲੀ ਪਈ ਹੁੰਦੀ ਹੈ ਵੀ ਸਰੂਪ ਗੁਰਦੁਆਰਾ ਸਾਹਿਬ ਪਹੁੰਚ ਜਾਏ ਤੇ ਅਸੀਂ ਆਪਣੀ ਬਾਕੀ ਕੰਮ ਜਿਹੜੇ ਅਧੂਰੇ ਉਹਨਾਂ ਨੂੰ ਕਰ ਲਈਏ। ਪਰ ਮੈਨੂੰ ਖੁਸ਼ੀ ਹੋਈ ਵੀਰ ਸੰਦੀਪ ਸਿੰਘ ਜਿਨ੍ਹਾਂ ਦਾ ਆਨੰਦ ਕਾਰਜ ਹੋਇਆ ਹੈ, ਇਹ ਮੇਰੇ ਖਿਆਲ ਅੱਜ ਤੋਂ ਮਹੀਨਾ ਪਹਿਲਾਂ ਦੀ ਗੱਲ ਹੋਣੀ ਹੈ। ਆਸਟ੍ਰੇਲੀਆ ਤੋਂ ਇਹਨਾਂ ਨੇ ਮੈਨੂੰ ਫੋਨ ਕੀਤਾ, ਕਹਿੰਦੇ ਜੀ ਵੀਰ ਜੀ ਮੇਰਾ ਆਨੰਦ ਕਾਰਜ ਹੈ, ਤੁਸੀਂ ਸਮਾਗਮ ਤੇ ਆ ਸਕਦੇ ਹੋ। ਤੁਸੀਂ ਸੱਚ ਜਾਣਿਓ, ਮੈਨੂੰ ਅੰਦਰੋਂ ਖੁਸ਼ੀ ਹੋਈ ਕਿ ਸ਼ੁਕਰ ਹੈ ਕੋਈ ਵਿਦੇਸ਼ ਵਿੱਚ ਬੈਠਾ ਵੀਰ ਇਹ ਚਾਹਨਾ ਰੱਖ ਰਿਹਾ ਹੈ ਕਿ ਮੈਂ ਆਨੰਦ ਕਾਰਜ ਕਰਾਉਣ ਤੋਂ ਉਪਰੰਤ ਕੋਈ ਇੱਦਾਂ ਦਾ ਸਮਾਗਮ ਲੀਕਾਂ ਜਿੱਥੇ ਸਮਾਜ ਨੂੰ ਕੋਈ ਸੇਧ ਮਿਲ ਸਕੇ। ਨਹੀਂ ਤੇ ਆਪਾਂ ਨੂੰ ਪਤਾ ਹੀ, ਆਪਾਂ ਸਾਰੇ ਜਿਸ ਸਮਾਜ ਵਿੱਚ ਰਹਿੰਦੇ ਆ, ਸਾਡੇ ਸਮਾਜ ਵਿੱਚ ਨਸ਼ੇ, ਤਰ੍ਹਾਂ ਤਰ੍ਹਾਂ ਦੀਆਂ ਰੀਤੀਆਂ ਰਿਵਾਜ, ਬਹੁਤ ਕੁਝ ਜ਼ੋਰ ਫੜ ਚੁੱਕਾ ਹੈ। ਲੋੜ ਇਸ ਗੱਲ ਦੀ ਹੈ ਕਿ ਅਸੀਂ ਗੁਰਮਤਿ ਉੱਤੇ ਪਹਿਰਾ ਦੇ ਸਕੀਏ। ਅਸੀਂ ਆਪਣੇ ਪੁੱਤਰ ਧੀ ਨੂੰ 25-30 ਸਾਲ ਪਾਲ ਕੇ ਵੱਡਾ ਕਰਦੇ ਹਾਂ, ਜਵਾਨ ਕਰਦੇ ਹਾਂ, ਪਰ ਜਿੱਦਣ
ਆਨੰਦ ਕਾਰਜ ਦਾ ਸਮਾਂ ਆਉਂਦਾ ਹੈ, ਉਹ ਦਿਨ 15-20 ਮਿੰਟ ਅੱਧਾ ਘੰਟਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬਹਿਣਾ ਸਾਨੂੰ ਕਿੰਨਾ ਔਖਾ ਲੱਗਦਾ ਹੈ। ਔਖਾ ਹੀ ਲੱਗਦਾ ਹੈ। 100 150 ਬਰਾਤ ਜਾਂਦੀ ਹੈ ਤੇ ਲਾਵਾਂ ਤੇ ਮੇਰੇ ਖਿਆਲ 'ਚ 10 ਤੇ 15 ਜਾਣੇ ਹੁੰਦੇ ਨੇ, ਬਾਕੀ ਸਾਰੇ ਪੈਲਸ ਵਿੱਚ ਬੈਠੇ ਹੁੰਦੇ ਨੇ। ਜੇ ਚੰਗਾ ਲੱਗਦਾ ਹੋਵੇ ਤੇ ਸਾਰੇ ਆਪਾਂ ਇਹ ਇੱਛਾ ਰੱਖੀਏ ਜਿੱਥੇ ਲਾਵਾਂ ਹੋਣਗੀਆਂ ਮੈਂ ਉੱਥੇ ਪਹੁੰਚਾਂਗਾ। ਉਹਦੇ ਵਿੱਚ ਸਾਰੇ ਕੁੱਟਾਵਾਂ ਪਰਿਵਾਰ ਹੈ ਜਿਹੜਾ ਇਸ ਗੱਲ ਤੇ ਪਹਿਰਾ ਦਿੰਦਾ ਹੈ। ਨਹੀਂ ਤਾਂ ਕਦੀ ਸਮਾਂ ਹੁੰਦਾ ਸੀ ਗੁਰੂ ਸਾਹਿਬ ਨੂੰ ਪਹਿਲ ਦਿੱਤੀ ਜਾਂਦੀ ਸੀ, ਗੁਰੂ ਸਾਹਿਬ ਦੇ ਉਪਦੇਸ਼ ਨੂੰ, ਗੁਰੂ ਸਾਹਿਬ ਦੇ ਵਿਚਾਰ ਨੂੰ। ਅੱਜ ਸਾਰਾ ਕੁਝ ਸਾਡੇ ਕੋਲ ਹੋਣ ਤੋਂ ਬਾਅਦ ਅਸੀਂ ਖੋਖਲੇ ਕਿਉਂ ਆ? ਕਿਉਂਕਿ ਬਣਦਾ ਵਾਕ ਹੈ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਬੋਲੋ ਸਾਰੇ ਜੀ। ਖਿਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਦੁਨੀਆ ਦੇ ਪਦਾਰਥ ਵੀ ਤਾਂ ਚੰਗੇ ਲੱਗਦੇ ਨੇ, ਮੇਲਾ ਤਾਂ ਚੰਗਾ ਲੱਗਦਾ ਜੇ ਬੱਚੇ ਨੇ ਪਿਓ ਦੀ ਉਂਗਲ ਫੜੀ ਹੋਵੇ, ਬਾਪੂ ਦੀ ਗੋਦ ਵਿੱਚ ਬੈਠਾ ਹੋਵੇ ਤੇ ਮੇਲਾ ਸੋਹਣਾ ਲੱਗਦਾ। ਬਾਪੂ ਦੀ ਗੋਦ ਚੋਂ ਨਿਕਲ ਜਾਏ ਤੇ ਮੇਲੇ ਦੀ ਹਰ ਵਸਤੂ ਵੱਢ ਖਾਣ ਨੂੰ ਪੈਂਦੀ ਹੈ। ਘਰ ਦੀਆਂ ਵਸਤੂਆਂ ਇਹ ਵੀ ਤਾਂ ਹੀ ਚੰਗੀਆਂ ਲੱਗਦੀਆਂ ਨੇ ਜੇ ਘਰ ਵਿੱਚ ਪਿਆਰ ਹੋਵੇ, ਇਤਫਾਕ ਹੋਵੇ, ਇੱਕ ਦੂਜੇ ਦੀ ਇੱਜ਼ਤ ਕੀਤੀ ਜਾਏ, ਇੱਕ ਦੂਜੇ ਨੂੰ ਇੱਜ਼ਤ ਦਿੱਤੀ ਜਾਏ। ਫਿਰ ਤਾਂ ਕੱਚਾ ਘਰ ਵੀ ਮਹੱਲ ਬਣ ਜਾਂਦਾ। ਜੇ ਘਰਾਂ ਵਿੱਚੋਂ ਪਿਆਰ ਇੱਜ਼ਤ ਨਿਕਲ ਜਾਏ ਤਾਂ ਵੱਡੀਆਂ ਵੱਡੀਆਂ ਕੋਠੀਆਂ ਵੀ ਮਨੁੱਖ ਨੂੰ ਡਰਾਉਣ ਪੈਂਦੀਆਂ ਨੇ। ਇਹ ਤਿੰਨਾਂ ਮੁੱਖ ਡਰਾਉਣੇ ਕਿਉਂ ਸ਼ਬਦ ਵਰਤਿਆ ਸੀ? ਫਿਰ ਤੇ ਸੋਹਣੇ ਚਿਹਰੇ ਵੀ ਡਰਾਉਣੇ ਲੱਗਦੇ ਆ, ਜਿਨ੍ਹਾਂ ਨੂੰ ਅਸੀਂ ਕਹਿੰਦੇ ਨਹੀਂ ਮੈਂ ਜਦੋਂ ਰਿਸ਼ਤਾ ਕੀਤਾ ਸੀ ਧੀ ਪੁੱਤ ਵੇਖ ਕੇ ਰਿਸ਼ਤਾ ਕੀਤਾ। ਮਾਫ ਕਰਨਾ, ਸਰੀਰ ਦੀ ਸੁੰਦਰਤਾ ਵੀ ਡਰਾਉਣ ਲੱਗ ਪੈਂਦੀ ਹੈ ਜੇ ਮਨੁੱਖ ਦਾ ਵਿਹਾਰ ਸਹੀ ਨਾ ਹੋਵੇ ਤਾਂ ਸਰੀਰ ਦਾ ਕਰੂਪਪੁਣਾ ਵੀ ਸੋਹਣਾ ਲੱਗਣ ਲੱਗ ਪੈਂਦਾ ਜੇ ਮਨੁੱਖ ਦਾ ਵਿਹਾਰ ਸਹੀ ਹੋਵੇ ਤਾਂ। ਆਓ ਗੁਰੂ ਬਖਸ਼ਿਸ਼ ਕਰੇ। ਬੇਨਤੀ ਹੈ ਜਿਨ੍ਹਾਂ ਜਲ ਪਾਣੀ ਛਕ ਲਿਆ ਆਣ ਕੇ ਗੁਰੂ ਦੀ ਗੋਦ ਵਿੱਚ ਬੈਠੀਏ ਤੇ ਕੁਝ ਸਮਾਂ ਰਲ ਕੇ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਈਏ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਦਾ ਆਪਾਂ ਸਾਰਿਆਂ ਨੇ ਪਾਠ ਸਰਵਣ ਕੀਤਾ ਹੈ। ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦਾ ਇਹ 2 ਨੰਬਰ ਸ਼ਲੋਕ ਹੈ। ਇੱਕ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1410 ਦੇ ਉੱਪਰ ਸੁਭਾਇਮਾਨ ਹੈ। ਗੁਰਦੇਵ ਜੀ ਦੇ ਅਮੋਲਕ ਬਚਨ ਵਿਚਾਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਤੇ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣੋ ਤੁਹਾਨੂੰ ਬੇਨਤੀ ਥੋੜਾ ਅੱਗੇ ਹੋ ਜਾਓ, ਅੱਗੇ ਬਹੁਤ ਜਗ੍ਹਾ ਹੈ, ਇੱਥੇ ਆ ਜਾਓ ਅੱਗੇ। ਵਿਚਾਰਾਂ ਤੁਹਾਡੇ ਨਾਲ ਭੈਣੇ ਕਰਨੀਆਂ ਸਾਰਿਆਂ ਨਾਲ। ਜੇ ਤੁਸੀਂ ਪਿੱਛੇ ਹੋ ਕੇ ਬਹੋਗੇ ਤੁਹਾਨੂੰ ਵੀ ਵੀਰਾਂ ਨੂੰ ਬੇਨਤੀ ਥੋੜਾ ਅੱਗੇ ਹੋ ਜਾਓ ਜੀ। ਬੇਨਤੀ ਕਰੋ ਭੈਣੋ ਪ੍ਰਵਾਨ, ਅਸੀਂ ਏਡੀ ਦੂਰੋਂ ਚੱਲ ਕੇ ਆਏ ਆ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਤੇ ਸਾਡਾ ਫਰਜ਼ ਬਣਦਾ ਅਸੀਂ ਅੱਗੇ ਹੋ ਕੇ ਬਈਏ। ਵੇਖੋ ਦੇਹਧਾਰੀ ਬਾਬਾ ਆਇਆ ਹੋਵੇ ਤੇ ਅਸੀਂ ਚਾਹੁੰਦੇ ਅਸੀਂ ਕੋਲ ਬਈਏ, ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਅਸੀਂ ਮੱਥਾ ਟੇਕ ਕੇ ਪਿੱਛੇ ਹੋ ਕੇ ਬਹਿਣ ਦੀ ਕੋਸ਼ਿਸ਼ ਕਰਦੇ ਹਾਂ। ਪਿਓ ਦੇ ਕੋਲ ਤੇ ਬਹਿਣ ਨੂੰ ਜੀ ਕਰਦਾ ਸਾਡਾ ਸਾਰਿਆਂ ਦਾ। ਸਾਡਾ ਫਰਜ਼ ਬਣਦਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਸਭ ਤੋਂ ਪਹਿਲਾਂ ਅੰਦਰ। ਤੁਸੀਂ ਵੇਖਿਆ ਘਰਾਂ 'ਚ ਪਾਠ ਰੱਖਿਆ ਹੋਵੇ ਨਾ, ਮੱਥਾ ਟੇਕ ਕੇ ਦਵਦਾ ਬਾਹਰ ਆਣ ਕੇ ਬਹਿ ਜਾਣਗੇ, ਇੰਜ ਲੱਗਦਾ ਜਿਵੇਂ ਅੰਦਰ ਹਾਰ ਫੁੱਲ ਹੋ ਗਿਆ, ਅੰਦਰ ਬੈਠੇ ਕੋਈ ਨਹੀਂ। ਜਾਨੀ ਕਿ ਪਤਾ ਵੀ ਅੰਦਰ ਬਹਿ ਕੇ ਅਸੀਂ ਗੱਲਾਂ ਨਹੀਂ ਕਰ ਸਕਦੇ ਤੇ ਬਾਹਰ ਬਹਿ ਕੇ ਸਾਨੂੰ ਗੱਲਾਂ ਤੋਂ ਕਿਸੇ ਨੇ, ਬੋਲੋ ਸਾਰੇ ਜੀ, ਰੋਕਣਾ ਨਹੀਂ ਕਿਸੇ ਨੇ। ਵੇਖੋ ਆ ਹੁਣ 12-20 ਹੋਏ ਨੇ, 2 ਵਜੇ ਤੋਂ ਬਾਅਦ ਸਾਡਾ ਹੀ ਟਾਈਮ ਹੈ, ਜਿੰਨੀਆਂ ਮਰਜ਼ੀ ਗੱਲਾਂ ਕਰ ਲਿਓ। ਉਹਨਾਂ ਕੁ ਸਮਾਂ ਹੁਣ ਥੋੜਾ ਜਿਹਾ ਚੁੱਪ ਦਾ ਦਾਨ ਬਖਸ਼ਿਸ਼ ਕਰਿਓ ਵੀ ਆਪਾਂ ਰਲ ਕੇ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾ ਲਈਏ। ਤੇ ਜਿਨ੍ਹਾਂ ਨੂੰ ਬੇਨਤੀ ਹੈ ਜਿਨ੍ਹਾਂ ਜਲ ਪਾਣੀ ਛਕ ਲਿਆ ਨਾ ਉੱਥੇ ਹੁਣ ਸਮਾਂ ਖਰਾਬ ਨਾ ਕਰੋ ਜੀ। ਜਿੰਨਾ ਛੇਤੀ ਹੁੰਦਾ ਆਣ ਕੇ ਪੰਡਾਲ 'ਚ ਬੈਠੀਏ ਤੇ ਆਪਾਂ ਰਲ ਕੇ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਈਏ। ਜਦੋਂ ਵੀ ਮਹਾਰਾਜ ਦਾ ਪ੍ਰਕਾਸ਼ ਕੀਤੇ ਹੋਵੇ ਕੋਸ਼ਿਸ਼ ਕਰੋ ਨਮਸਕਾਰ ਕਰਕੇ ਸਭ ਤੋਂ ਪਹਿਲਾਂ ਅੱਗੇ ਆਣ ਕੇ ਬਹੋ। ਫਿਰ ਹੌਲੀ ਹੌਲੀ ਸੰਗਤ ਜਿਹੜੀ ਆਵੇ ਉਹ ਪਿੱਛੇ ਬਹਿੰਦੀ ਜਾਵੇ। ਜਦੋਂ ਦੀਵਾਨ ਸ਼ੁਰੂ ਹੋਵੇ, ਜਦੋਂ ਦੀਵਾਨ ਦੀ ਸਮਾਪਤੀ ਹੋਵੇ, ਪਤਾ ਲੱਗੇ ਵੀ ਜਿਹੜਾ ਸਭ ਤੋਂ ਪਿੱਛੇ ਬੈਠਾ ਇਹਦਾ ਮਤਲਬ ਮਗਰੋਂ ਆਇਆ, ਜਿਹੜਾ ਸਭ ਤੋਂ ਅੱਗੇ ਬੈਠਾ ਇਹ ਸਭ ਤੋਂ ਪਹਿਲਾਂ। ਪਰ ਕੰਮ ਉਲਟ ਹੁੰਦਾ ਹੈ। ਹੁਣ ਜਦੋਂ ਸਾਰੇ ਪਿੱਛੇ ਬਹਿ ਜਾਂਦੇ, ਜਿਹੜਾ ਸਭ ਤੋਂ ਮਗਰੋਂ ਆਉਂਦਾ ਨੂੰ ਵਿਚਰਨ ਫਿਰ ਹੋਰ ਤੇ ਕੋਈ ਜਗ੍ਹਾ ਮਿਲਦੀ ਨਹੀਂ, ਉਹਨੂੰ ਬੜਾ ਔਖਾ ਲੱਗਦਾ ਸਾਹਮਣੇ ਬਹਿ ਕੇ ਕੀਰਤਨ ਤੇ ਪਾਠ ਸੁਣਨਾ।
ਲੀਡਰ ਆਇਆ ਹੋਵੇ ਤੇ ਅੱਗੇ ਬਹਿ ਕੇ ਸੁਣਦੇ ਆ, ਬਾਬਾ ਆਇਆ ਹੋਵੇ ਤੇ ਕੋਲ ਬਹਿੰਦੇ ਆ, ਤੇ 35 ਮਹਾਂਪੁਰਖਾਂ ਦਾ ਪ੍ਰਕਾਸ਼ ਕੀਤਾ ਹੋਵੇ ਬਾਣੀ ਦੇ ਰੂਪ 'ਚ, ਤੇ ਬੰਦਾ ਚਾਹੁੰਦਾ ਵੀ ਮੈਂ ਉੱਥੇ ਬਵਾਂ ਜਿੱਥੇ ਮੈਨੂੰ ਗੱਲਾਂ ਕਰਨ ਦਾ ਮੌਕਾ ਮਿਲ ਸਕੇ। ਪਰਾਂ ਹੋ ਕੇ ਬਹਿਣ ਦੀ ਕੋਸ਼ਿਸ਼ ਕਰਦੇ। ਸੱਚ ਹੈ, ਜਿੱਦਣ ਸਾਨੂੰ ਸਤਿਗੁਰ ਦੀ ਬਾਣੀ ਨਾਲ ਪਿਆਰ ਪੈ ਗਿਆ, ਸਨੇਹ ਪੈ ਗਿਆ, ਸਾਡੇ ਘਰਾਂ 'ਚ ਬਾਣੀ ਦਾ ਵਿਚਾਰ ਉਪਦੇਸ਼ ਸ਼ੁਰੂ ਹੋ ਗਿਆ, ਜ਼ਿੰਦਗੀ ਜਿਉਣ ਦਾ ਤਰੀਕਾ ਬਦਲ ਜਾਊ। ਹੁਣ ਧੰਨ ਗੁਰੂ ਨਾਨਕ ਸਾਹਿਬ ਦਾ ਆਪਾਂ ਵਾਕ ਪੜ੍ਹਿਆ, ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ। ਇਹ 1410 ਨੰਬਰ ਅੰਕ ਤੇ ਸ਼ਲੋਕ ਹੈ। ਸੁਣ ਮੁੰਦੇ, ਹੇ ਜੋਬਨ ਭਰੀਏ ਜੀਵ ਇਸਤਰੀਏ, ਮੇਰੀ ਗੱਲ ਧਿਆਨ ਨਾਲ ਸੁਣ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਸੁਣ ਮੁੰਦੇ ਹਰਨਾਖੀਏ। ਹਰਨਾਖੀਏ ਦਾ ਅਰਥ ਹੈ ਹਿਰਨ ਦੀਆਂ ਅੱਖਾਂ ਵਾਲੀਏ। ਇਹ ਭਾਵੇਂ ਕੋਈ ਨਰ ਹੈ, ਭਾਵੇਂ ਕੋਈ ਮਾਦਾ ਹੈ, ਭਾਵੇਂ ਔਰਤ ਹੈ, ਭਾਵੇਂ ਮਰਦ ਹੈ, ਇਹ ਸ਼ਬਦ ਕਾਮਨ ਹੈ, ਸਾਂਝਾ ਹੈ ਸਾਰਿਆਂ ਲਈ। ਕਿਉਂਕਿ ਬਾਣੀ ਦੇ ਮੁਤਾਬਕ ਆਪਾਂ ਸਾਰੇ ਉਸ ਅਕਾਲ ਪੁਰਖ ਦੀਆਂ ਜੀਵ ਇਸਤਰੀਆਂ ਹਾਂ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਜਿਹਦੀਆਂ ਅੱਖਾਂ ਜ਼ਿਆਦੀਆਂ ਸੋਹਣੀਆਂ ਹੋਣ ਤੇ ਉਹਦੇ ਬਾਰੇ ਆਮ ਕਹਿੰਦੇ ਦੀਆਂ ਹਿਰਨ ਵਰਗੀਆਂ ਅੱਖਾਂ ਨੇ। ਹੁਣ ਇੱਥੇ ਸ਼ਬਦ ਹੈ ਸੁਣ ਮੁੰਦੇ ਹਰਨਾਖੀਏ, ਹੇ ਹਿਰਨ ਦੀਆਂ ਅੱਖਾਂ ਵਾਲੀਏ ਜੀਵ ਇਸਤਰੀਏ, ਸੋਹਣੇ ਨੇਤਰਾਂ ਵਾਲੀਏ ਜੀਵ ਇਸਤਰੀਏ। ਕਿਉਂਕਿ ਬੰਦਾ ਅੱਖਾਂ ਨਾਲ ਹੀ ਚੀਜ਼ ਵੇਖਦਾ ਨਾ, ਤੇ ਗੱਲ ਵੀ ਸਤਿਗੁਰ ਨੇ ਅੱਖਾਂ ਦੀ ਕੀਤੀ ਹੈ ਵੀ ਹੇ ਸੋਹਣੇ ਨੇਤਰਾਂ ਵਾਲੀਏ ਜੀਵ ਇਸਤਰੀਏ। ਗੂੜਾ ਡੂੰਘਾ, ਵੈਣ ਦਾ ਅਰਥ ਹੈ ਸ਼ਬਦ, ਗੂੜਾ ਵੈਣ ਅਪਾਰ। ਆ ਤੈਨੂੰ ਮੈਂ ਇੱਕ ਜ਼ਿੰਦਗੀ 'ਚ ਭੇਤ ਦੀ ਗੱਲ ਦੱਸਾਂ, ਤੇ ਸਿਆਣੀ ਗੱਲ ਦੱਸਾਂ, ਤੇ ਚੰਗੀ ਗੱਲ ਦੱਸਾਂ। ਕਦੀ ਜ਼ਮਾਨਾ ਹੁੰਦਾ ਸੀ ਕੋਈ ਚੰਗੀ ਗੱਲ ਕਹਿੰਦਾ ਸੀ ਤੇ ਕੋਈ ਚੰਗੀ ਗੱਲ ਸੁਣਨ ਦਾ ਆਸ਼ਿਕ ਹੁੰਦਾ ਸੀ। ਅੱਜ ਚੰਗੀਆਂ ਗੱਲਾਂ ਵੀ ਸਮਾਜ 'ਚੋਂ ਮੁੱਕ ਗਈਆਂ ਤੇ ਚੰਗੀ ਗੱਲ ਸੁਣਨੀ ਵੀ ਕੋਈ ਟਾਵਾਂ, ਬੋਲੋ ਸਾਰੇ, ਚਾਹੁੰਦਾ ਹੈ। ਵੇਖ ਲਓ ਮਾਲ ਕੇ ਹਾਲਾਤ ਸਾਡੇ ਸਮਾਜ ਦੇ। ਮਾੜੀਆਂ ਗੱਲਾਂ ਭਾਵੇਂ 3 ਘੰਟੇ ਕਰੀ ਜਾਓ ਤੇ 3 ਘੰਟੇ ਸੁਣ ਲਓ, ਨਾ ਥੱਕਣਾ ਨਾ ਅੱਕਣਾ। ਚੰਗੀ ਗੱਲ ਕਰਨੀ ਵੀ ਘਟ ਗਈ ਸਮਾਜ 'ਚੋਂ, ਤੇ ਚੰਗੀਆਂ ਗੱਲਾਂ ਸੁਣਨੀਆਂ ਵੀ ਸਮਾਜ ਵਿੱਚੋਂ ਮਨਫੀ ਹੋ ਗਈਆਂ। ਹੁਣ ਪਾਤਸ਼ਾਹ ਜੀ ਕਹਿੰਦੇ ਨੇ ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ, ਹੇ ਹਿਰਨ ਦੀਆਂ ਅੱਖਾਂ ਵਾਲੀਏ ਜੀਵ ਇਸਤਰੀਏ। ਆ ਮੈਂ ਤੈਨੂੰ ਇੱਕ ਭੇਦ ਦੀ ਗੱਲ ਦੱਸਾਂ। ਕਿਹੜੀ ਭੇਦ ਦੀ ਗੱਲ ਹੈ ਜੀ? ਤਵੱਜੋ ਦੇ ਕੇ ਸੁਣਿਓ। ਪਹਿਲਾਂ ਵਸਤ ਸਜਾਣ ਕੇ, ਸਾਰੇ ਬੋਲੋ ਜਿਨ੍ਹਾਂ ਨੂੰ ਬਾਣੀ ਆਉਂਦੀ ਹੈ, ਪਹਿਲਾਂ ਵਸਤ ਸਜਾਣ ਕੇ ਤਾਂ ਕੀਚੈ ਵਾਪਾਰ। ਬੜਾ ਕਮਾਲ ਦਾ ਨੁਕਤਾ ਹੈ ਗੁਰੂ ਨਾਨਕ ਸਾਹਿਬ ਜੀ ਦਾ। ਕਹਿੰਦੇ ਜੇ ਤੂੰ ਵਪਾਰੀ ਬਣਨਾ ਤੇ ਪਹਿਲਾਂ ਵਸਤੂ ਦੀ ਪਰਖ ਕਰ ਲੈ। ਪੁਰਾਣਾ ਸਮਾਂ ਹੁੰਦਾ ਸੀ ਨਾ, ਹੁਣ ਤੇ ਟਰੈਕਟਰਾਂ ਨਾਲ ਵਾਹੀ ਆ ਗਈ ਆ। ਜਦੋਂ ਬਲਦਾਂ ਨਾਲ ਵਾਹੀ ਹੁੰਦੀ ਸੀ, ਬਲਦ ਲਿਆਉਣ ਤੋਂ ਪਹਿਲਾਂ ਅਗਲੇ ਦੇ ਖੇਤ 'ਚ ਅਗਲੇ ਵਾਹ ਕੇ ਵਹਿੰਦੇ ਸੀ ਵੀ ਇਹ ਪੰਜਾਲੀ ਵੇਖ ਕੇ ਕਿਤੇ ਲੰਮਾ ਤਾਂ ਨਹੀਂ ਪੈ ਜਾਂਦਾ, ਇਹ ਹੱਲਾਂ ਖਿੱਚ ਸਕਦਾ। ਮੱਝ ਲੈ ਕੇ ਆਉਣੀ ਤੇ ਅਗਲੇ ਦੇ ਘਰ 'ਚ 1-2 ਡੰਗ ਚੋ ਕੇ ਆਉਣੀ ਵੀ ਅਸੀਂ ਮੱਝ ਖਰੀਦ ਕੇ ਘਰ ਲੈ ਜਾਈਏ, ਘਰ ਜਾ ਕੇ ਸਾਡੇ ਦੁੱਧ ਦੇਵੇ ਹੀ ਨਾ। ਬਜ਼ੁਰਗਾਂ ਨੂੰ ਪਤਾ ਜਿਹੜੇ ਪਾਰਖੂ ਕਿਸਮ ਦੇ ਬੰਦੇ ਨੇ, ਉਹ ਪਰਖ ਕਰਕੇ ਚੀਜ਼ ਲੈਂਦੇ ਸੀ। ਕਹਿੰਦੇ ਜੇ ਚੀਜ਼ ਪੈਸੇ ਲਾਉਣੇ ਹੀ ਆ ਤੇ ਕਮ ਸੇ ਕਮ ਚੀਜ਼ ਪਰਖ ਲਓ। ਪਰ ਅੱਜ ਕੱਲ੍ਹ ਤਾਂ ਦੁਕਾਨਾਂ ਵਾਲਿਆਂ ਵੀ ਲਿਖ ਕੇ ਲਾਇਆ, ਕਹਿੰਦੇ ਫੈਸ਼ਨ ਦੇ ਦੌਰਾਨ ਗਰੰਟੀ ਦੀ ਇੱਛਾ। ਬੋਲੋ ਸਾਰੇ, ਲਿਖ ਕੇ ਲਾਇਆ ਹੁੰਦਾ ਨਾ ਵੀ ਹੁਣ ਤੁਸੀਂ ਦੋਵੇਂ ਚੀਜ਼ਾਂ ਲੱਭੋ, ਵੀ ਨਾਲ ਫੈਸ਼ਨ ਵੀ ਲੱਭੋ ਤੇ ਨਾਲ ਗਰੰਟੀ ਵੀ ਲੱਭੋ। ਇਹ ਨਹੀਂ ਪਤਾ ਵੀ ਇੱਕੇ ਧੋ 'ਚ ਖਰਾਬ ਹੋ ਜਾਏ, ਪਰ ਫੈਸ਼ਨ ਕਮਾਲ ਦਾ, ਇੱਕ ਵਾਰੀ ਵੇਖ ਕੇ ਲੋਕਾਂ ਦੀ ਵਾਹ ਵਾਹ ਹੋਏਗੀ, ਗਰੰਟੀ ਕੋਈ ਨਹੀਂ। ਇਹ ਸਮਾਜ ਦਾ ਇੱਕ ਨੁਕਤਾ ਹੈ। ਕਹਿੰਦੇ ਦੁਨੀਆ ਦਾ ਕੋਈ ਵੀ ਕੰਮ ਕਰਨਾ ਪਹਿਲਾਂ ਉਹਦੀ ਪੜਚੋਲ ਕਰੋ ਤੇ ਪਰਖ ਕਰੋ, ਫਿਰ ਵਪਾਰ ਕਰੋ ਉਹਦਾ। ਕਿ ਅੱਜ ਅਸੀਂ ਜੋ ਕੁਝ ਇਕੱਠਾ ਕਰ ਰਹੇ ਹਾਂ, ਵੈਸੇ ਇੱਕ ਚੀਜ਼ ਕੱਲ ਦੇ ਰਿਜ਼ਲਟ ਨੇ ਬੜਾ ਕੁਝ ਦੱਸਤਾ। ਪਹਿਲਾਂ ਆਉਂਦੇ ਹੁੰਦੇ ਸੀ ਵੀ ਜਿਹੜੇ ਲੀਡਰ ਆ ਉਹ ਪਬਲਿਕ ਨੂੰ ਬੇਵਕੂਫ ਬਣਾਉਂਦੇ ਆ, ਪਰ ਯਾਰ ਕੀ ਕੰਮ, ਉੱਚੀ ਬੋਲ ਕੇ ਦੱਸਿਓ, ਉਲਟ ਹੋ ਗਿਆ। ਐਰਕੀ ਬੰਦੇ ਨੇ ਝੰਡੀਆਂ 3 ਲਾਈਆਂ ਸੀ, 3 ਛੱਡੋ 4 ਲਾਈਆਂ ਸੀ, ਪਤਾ ਨਹੀਂ ਸੀ ਇਹਨੇ ਵੋਟ ਕਿਹਨੂੰ ਪਾਉਣੀ ਆ। ਅੱਛਾ ਕਮਾਲ ਦੀ ਗੱਲ ਤੁਸੀਂ ਵੇਖੋ। ਅੱਛਾ ਪਰਖ ਪੜਚੋਲ ਕੇ ਵੇਖ ਲਿਆ, ਸਾਰਾ ਕੁਝ ਵੇਖ ਲਿਆ ਇਸ ਵਾਰ। ਮਤਲਬ ਤੁਸੀਂ ਸਮਾਜ ਦੀ ਹਾਲਾਤ ਵੇਖੋ। ਤੁਸੀਂ ਇਹ ਤੋਂ ਲੀਡਰਸ਼ਿਪ ਨੂੰ ਇੱਕ ਸਮਝ ਲੈਣਾ ਚਾਹੀਦਾ ਕਿ ਹੌਲੀ ਹੌਲੀ ਵੋਟਰ ਹੁਣ ਸਮੇਂ ਦੇ ਨਾਲ ਸਿਆਣਾ ਹੁੰਦਾ ਜਾਂਦਾ। ਉਹ ਬਦਲਾਅ ਚਾਹੁੰਦਾ, ਉਹ ਕੋਈ ਚੇਂਜ ਚਾਹੁੰਦਾ ਵੀ ਦੁਨੀਆ ਵਿੱਚ ਕੋਈ ਬਦਲੇ, ਕੋਈ ਸਮਾਜ ਵਿੱਚ ਫਰਕ ਪਵੇ। ਇਹਦੇ ਨਾਲ ਇੱਕ ਨੁਕਤਾ ਹੋਰ ਸਾਹਮਣੇ ਆਉਂਦਾ।
ਭਾਵੇਂ ਆਮ ਪਾਰਟੀ ਸਮਾਜ ਵਿੱਚ ਇਸ ਵਕਤ ਸਰਕਾਰ ਬਣਾ ਗਈ ਹੈ, ਉਹਨਾਂ ਨੂੰ ਵੀ ਇੱਕ ਚੀਜ਼ ਸੋਚ ਲੈਣੀ ਚਾਹੀਦੀ ਹੈ ਵੀ ਜੇ ਅਸੀਂ ਵੀ ਕੰਮ ਨਾ ਕੀਤਾ, ਜੇ ਅਸੀਂ ਵੀ ਮੁੱਦਿਆਂ ਦੀ ਗੱਲ ਨਾ ਕੀਤੀ, ਸਮਾਜ ਨੂੰ ਜੋ ਚਾਹੀਦਾ ਉਹ ਨਾ ਦਿੱਤਾ, ਤੇ ਜਿਹੜੀਆਂ ਸਥਾਪਿਤ ਧਿਰਾਂ ਸੀ ਐਡੀਆਂ ਵੱਡੀਆਂ, ਜੇ ਉਹਨਾਂ ਨੂੰ ਖੂੰਜੇ ਲਾ ਸਕਦਾ ਸਮਾਜ, ਇੱਥੋਂ ਦਾ ਵੋਟਰ, ਤੇ ਅਸੀਂ ਕਿਸੇ ਬਾਗ ਦੀ ਮੂਲ ਹੀ ਨਹੀਂ ਹੈਗੇ। ਫਿਰ ਅਸੀਂ ਤਾਂ ਆਮ ਆ, ਫਿਰ ਸਾਨੂੰ ਤੇ ਲਪੇਟਣਾ ਬਹੁਤ ਸੌਖਾ ਹੈ। ਜੋ ਕੁਝ ਇਸ ਵਕਤ ਅਕਾਲੀ ਦਲ ਨਾਲ ਹੋਇਆ ਹੈ, ਜੋ ਇਸ ਵੇਲੇ ਬੀਜੇਪੀ ਨਾਲ ਹੋਇਆ ਹੈ, ਜੋ ਕਾਂਗਰਸ ਨਾਲ ਹੋਇਆ, ਆਪਾਂ ਨੂੰ ਸਾਰਿਆਂ ਨੂੰ ਸਾਹਮਣੇ ਦਿਸ ਰਿਹਾ। ਤੀਜਾ ਬਦਲ ਲੱਭ ਲਿਆ, ਚਲੋ ਸਮਾਜ ਨੇ ਬੜਾ ਕੁਝ ਵੇਖ ਲਿਆ ਵੀ ਠੀਕ ਹੈ। ਅਜੇ ਤੁਹਾਨੂੰ ਵੀ ਪਤਾ ਵੀ ਇਹਨਾਂ ਦੋ ਧੜਿਆਂ ਦਾ ਵੋਟ ਬੈਂਕ ਪੱਕਾ ਸੀ, ਤੇ ਤੀਜੀ ਧਿਰ ਦਾ ਤੇ ਵੋਟ ਬੈਂਕ ਵੀ ਪੱਕਾ ਨਹੀਂ ਸੀ। ਮਤਲਬ ਸਮਾਜ ਬਦਲ ਚਾਹੁੰਦਾ ਵੀ ਸਾਡੇ ਮੁੱਦਿਆਂ ਦੀ ਗੱਲ ਹੋਵੇ, ਸਾਨੂੰ ਇੱਥੇ ਚੰਗਾ, ਇੱਥੇ ਸਾਨੂੰ ਰੁਜ਼ਗਾਰ ਮਿਲੇ, ਸਾਡੀ ਹੈਲਥ ਹੋਵੇ, ਸਾਡੀ ਐਜੂਕੇਸ਼ਨ ਦੀ ਗੱਲ ਹੋਵੇ, ਬੇਰੁਜ਼ਗਾਰੀ ਖਤਮ ਹੋਵੇ, ਜਿਸ ਕੰਮ ਲਈ ਲੀਡਰਸ਼ਿਪ ਹੁੰਦੀ ਹੈ। ਹੁਣ ਗੱਲ ਇੱਕ, ਕਾਸ਼ ਕਿਤੇ ਅਸੀਂ ਇੱਦਾਂ ਸਮਾਜ ਵਿੱਚ ਵੀ ਸਿਆਣੇ ਬਣੀਏ ਵੀ ਮੈਂ ਕੋਈ ਵੀ ਕੰਮ ਕਰਨਾ ਪਹਿਲਾਂ ਉਹਦੀ ਪਰਖ ਕਰਾਂ, ਪਹਿਲਾਂ ਉਹਦੀ ਮੈਂ ਪੜਚੋਲ ਕਰਾਂ। ਜਿਹੜਾ ਤੇ ਸ਼ਬਦ ਹੈ, ਪਹਿਲਾਂ ਵਸਤ ਸਜਾਣ ਕੇ ਤਾਂ ਕੀਚੈ ਵਪਾਰ। ਵਸਤੂ, ਤੁਸੀਂ ਬਾਜ਼ਾਰ ਜਾਂਦੇ ਹੋ, ਪਹਿਲਾਂ ਤੁਹਾਡੀਆਂ ਅੱਖਾਂ ਨੂੰ ਵਸਤੂ ਚੰਗੀ ਲੱਗਦੀ ਹੈ, ਫੇਰ ਰੇਟ ਪੁੱਛਦੇ ਉਹਨਾਂ ਨੂੰ। ਪਹਿਲਾਂ ਥੋੜਾ ਰੇਟ ਪੁੱਛਦੇ ਆਪਾਂ, ਪਹਿਲਾਂ ਆਪਾਂ ਅੱਖਾਂ ਨਾਲ ਚੀਜ਼ ਪਸੰਦ ਕਰਦੇ ਹਾਂ ਇੱਦਾਂ, ਫਿਰ ਆਪਾਂ ਕਹਿੰਦੇ ਹਾਂ ਹਾਂਜੀ ਕੀ ਰੇਟ ਹੈ। ਤੁਸੀਂ ਪਹਿਲਾਂ ਰੇਟ ਪੁੱਛੋ, ਅਗਲਾ ਕਹਿੰਦਾ ਪਹਿਲਾਂ ਵਸਤੂ ਪਸੰਦ ਕਰ। ਜੇ ਤੈਨੂੰ ਪਸੰਦ ਹੀ ਨਹੀਂ ਆਈ, ਤੂੰ ਰੇਟ ਪੁੱਛ ਕੇ ਲੈਣਾ ਕੀ? ਪਹਿਲਾਂ ਵਸਤੂ ਪਸੰਦ ਕਰ। ਤਾਂ ਬਹੁਤ ਵਾਰੀ ਐਸਾ ਵੀ ਹੁੰਦਾ ਹੋਏਗਾ, ਤੁਹਾਨੂੰ ਵਸਤੂ ਚੰਗੀ ਲੱਗ ਗਈ, ਤੁਸੀਂ ਗੱਡੀ ਲੈਣ ਗਏ, ਤੁਸੀਂ ਟਰੈਕਟਰ ਲੈਣ ਗਏ, ਤੁਸੀਂ ਕੋਈ ਵੀ ਚੀਜ਼ ਚਲਦੀ ਲੈਣ ਗਏ, ਪਰ ਤੁਹਾਨੂੰ ਚੰਗੀ ਲੱਗ ਗਈ, ਅੱਖਾਂ ਨੂੰ ਲੱਗੀ ਚੀਜ਼ ਚੰਗੀ, ਹੈਗੀ ਵੀ ਚੰਗੀ ਸੀ, ਉੱਥੇ ਬੰਦਾ 1000 2000 5000 ਦੇ ਪਿੱਛੇ ਨਹੀਂ ਲੱਗਦਾ, ਕਹਿੰਦਾ ਮੈਨੂੰ ਵਸਤੂ ਪਸੰਦ ਹੈ, ਇਸ ਕਰਕੇ ਹੁਣ ਮੈਂ ਪੈਸੇ ਥੋੜੇ ਬਹੁਤੇ ਘੱਟ ਵੱਧ ਨਹੀਂ ਵੇਖਣੇ। ਤੇ ਜੇ ਬੰਦਾ ਮਾੜੀ ਵਸਤੂ ਸਸਤੀ ਲੈ ਆਵੇ, ਤੇ ਉਹ ਬਜ਼ੁਰਗਾਂ ਦੀ ਇੱਕ ਕਹਾਣੀ ਹੁੰਦੀ ਸੀ ਨਾ ਕਿ ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਬਾਰ-ਬਾਰ। ਮਹਿੰਗਾ ਤੇ ਇੱਕ ਵਾਰ ਰੋਂਦਾ ਵੀ ਪੈਸੇ ਵੱਧ ਲੱਗ ਗਏ, ਪਰ ਉਹਨੂੰ ਇਹ ਤੇ ਪਤਾ ਲੱਗ ਗਿਆ ਵੀ ਵੱਧ ਪੈਸੇ ਲੱਗਣ ਨਾਲ ਚੀਜ਼ ਚੰਗੀ ਲੈ ਕੇ ਆਇਆ। ਕਈ ਵਾਰੀ ਬੰਦਾ ਪੈਸੇ ਘੱਟ ਕਰ ਲੈਂਦਾ ਤੇ ਵਸਤੂ ਮਾੜੀ ਲੈ ਆਉਂਦਾ, ਉਹ ਸਾਰੀ ਜ਼ਿੰਦਗੀ ਰੋਣਾ ਧੋਣਾ ਮੁੜ ਕੇ ਉਹਦੇ ਪੱਲੇ ਪਿਆ ਹੀ ਰਹਿੰਦਾ। ਇੱਥੇ ਹੁਣ ਵਪਾਰ ਦੀ ਗੱਲ ਹੋ ਰਹੀ ਹੈ, ਅੱਖਾਂ ਨਾਲ ਵੇਖਣ ਦੀ। ਕਹਿੰਦੇ ਪਹਿਲਾਂ ਵਸਤ ਸਜਾਣ ਕੇ ਤਾਂ ਕੀਚੈ ਵਪਾਰ। ਪੁੱਤ ਵਿਆਹੁਣ ਲੱਗਾ, ਧੀ ਦਾ ਆਨੰਦ ਕਾਰਜ ਕਰਨ ਲੱਗਾ, ਕੋਈ ਕਾਰੋਬਾਰ ਸ਼ੁਰੂ ਕਰਨ ਲੱਗਾ, ਦੁਨੀਆ ਦਾ ਕੋਈ ਵੀ ਕਦਮ ਪੁੱਟਣ ਲੱਗਾ, ਪਹਿਲਾਂ ਪਰਖ ਕਰ ਲਾ, ਪੂਰੀ ਪਾਰਖੂ ਬਿਰਤੀ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ। ਈਵਨ ਇੱਥੋਂ ਤੱਕ ਸਿਰ ਵੀ ਝੁਕਾਉਣ ਲੱਗਾ ਨਾ, ਅੱਖਾਂ ਮੀਟ ਕੇ ਨਾ ਝੁਕਾਈ, ਕਿਉਂਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੁੱਝ ਗਏ ਪਾਸ਼ਾ ਦੇ, ਅਕਲੀ ਕੀਚੈ ਦਾਨ। ਜੇ ਸਿਰ ਵੀ ਝੁਕਾਉਣਾ ਤੇ ਬਿਨਾਂ ਅਕਲ ਤੋਂ ਨਹੀਂ ਝੁਕਾਉਣਾ, ਪਹਿਲਾਂ ਪਰਖ ਕਰ, ਫਿਰ ਜਾ ਕੇ ਸਿਰ ਝੁਕਾ। ਅੱਜ ਥਾਂ ਥਾਂ ਤੇ ਸਿਰ ਝੁਕਾ ਰਿਹਾ ਬੰਦਾ, ਪਤਾ ਹੀ ਕੱਖ ਨਹੀਂ, ਕੋਈ ਕਿਤੇ ਜਾ ਕੇ ਸਿਰ ਝੁਕਾਈ ਜਾਂਦਾ, ਕੋਈ ਕਿਤੇ ਜਾ ਕੇ ਸਿਰ ਝੁਕਾਈ ਜਾਂਦਾ। ਪਾਤਸ਼ਾਹ ਕਹਿੰਦੇ ਨੇ ਪਹਿਲਾਂ ਵਸਤ ਸਜਾਣ ਕੇ ਤਾਂ ਕੀਚੈ ਵਪਾਰ। ਪਹਿਲਾਂ ਵਸਤੂ ਦੀ ਪਹਿਚਾਣ ਕਰ, ਫਿਰ ਉਹਦਾ ਵਪਾਰ ਕਰ, ਸੌਦਾ ਕਰ। ਪਰ ਪਾਤਸ਼ਾਹ ਦੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਪੜ੍ਹਦੇ ਹਾਂ, ਭਗਤ ਕਬੀਰ ਜੀ ਦੇ ਬਹੁਤ ਪਿਆਰੇ ਸ਼ਲੋਕ ਨੇ। ਕਬੀਰਾ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਜੇ ਤੂੰ ਰਾਮ ਦੇ ਪਦਾਰਥ ਦੀ ਪ੍ਰਾਪਤੀ ਕਰ ਲਈ, ਐਵੇਂ ਗੰਢਾ ਨਾ ਖੋਲਦਾ ਫਿਰ ਥਾਂ ਥਾਂ ਤੇ। ਤੁਸੀਂ ਤਜਰਬਾ ਕਰਕੇ ਵੇਖਿਓ, ਜੇ ਤੁਹਾਨੂੰ ਗੁਰਮਤਿ ਦੀ ਕੋਈ ਗੱਲ ਆਉਂਦੀ ਹੈ, ਤੁਸੀਂ ਹਾਰੀ ਸਾਰੀ ਬੰਦੇ ਦੇ ਸਾਹਮਣੇ ਕਰ ਲੱਗ ਪਓ। ਕਈ ਵਾਰੀ ਕਈ ਬੰਦੇ ਉੱਠ ਕੇ ਤੁਰ ਪੈਂਦੇ, ਕਹਿੰਦਾ ਮੈਨੂੰ ਤੇਰੀ ਗੱਲ ਨਾਲ ਮਤਲਬ ਹੀ ਕੋਈ ਨਹੀਂ, ਕਿਉਂਕਿ ਉਹ ਗਾਹਕ ਤੁਹਾਡੀ ਗੁਰਮਤਿ ਦੀ ਗੱਲ ਦਾ, ਉਹ ਗਾਹਕ ਸੀ ਮਾੜੀਆਂ ਗੱਲਾਂ ਦਾ। ਤੁਸੀਂ ਮਾੜੀਆਂ ਗੱਲਾਂ ਕਰੋ, ਭਾਵੇਂ 3 ਘੰਟੇ ਬੈਠਾ ਰਹਿੰਦਾ, ਤੁਸੀਂ ਗੱਲਾਂ ਸ਼ੁਰੂ ਕਰ ਦਿੱਤੀਆਂ ਚੰਗੀਆਂ ਚੰਗੀਆਂ ਗੱਲਾਂ ਦਾ, ਉਹ ਗਾਹਕ ਨਹੀਂ ਸੀ, ਉੱਠ ਕੇ ਤੁਰ ਪਿਆ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਜੇ ਤੈਨੂੰ ਕੋਈ ਸੱਚ ਦੀ ਗੱਲ ਦਾ ਪਤਾ ਲੱਗ ਗਿਆ, ਐਵੇਂ ਗੰਢਾ ਨਾ ਖੋਲ ਖੋਲ ਕੇ। ਹੁਣ ਵੇਖਿਆ ਨਾ ਗੰਢਾ ਪੁਰਾਣੇ ਸਮੇਂ 'ਚ ਆ, ਹੁਣ ਅੱਜ ਕੱਲ੍ਹ ਤੇ ਪਿੰਡਾਂ 'ਚ ਵੀ ਕੱਪੜੇ ਵੇਚਣ ਵਾਲੇ ਆਉਂਦੇ ਆ, ਉਹਨਾਂ ਨੇ ਆਪਣੇ ਪਿੱਠ ਦੇ ਉੱਤੇ ਪੰਡ ਬੱਧੀ ਹੁੰਦੀ ਹੈ, ਗੱਡੀ ਤੇ ਲੱਦਿਆ ਹੁੰਦਾ ਕੱਪੜਾ। ਹੁਣ ਉਹ ਕਿਸੇ ਘਰ ਦੇ ਜਾਂਦੇ ਆ ਨਾ, ਉਹ ਵੀ ਉਹਦੇ ਘਰ ਹੀ ਖਲਾਰਾ ਪਾਉਂਦੇ ਜਿੱਥੋਂ ਉਹਨਾਂ ਨੂੰ ਮਾੜੀ ਮੋੜ ਸਮਝ ਆ ਜਾਂਦੀ ਵੀ ਇੱਥੇ ਕੋਈ ਸਾਡੀ ਵਸਤੂ ਲੈਣ ਵਾਲਾ ਹੈਗਾ।
ਉਹ ਖਲਾਰਾ ਉੱਥੇ ਪਾਉਂਦੇ, ਉਹ ਹਾਰੀ ਥਾਂ ਤੇ ਜਾ ਕੇ ਖਲਾਰਾ ਨਹੀਂ ਪਾਉਂਦੇ। ਹੁਣ ਉਹ ਖਲਾਰਾ ਪਾ ਕੇ ਉਹਨਾਂ ਨੂੰ ਪਤਾ ਵੀ ਸਾਡੇ ਇਸ ਖਲਾਰੇ ਦਾ ਕੋਈ ਨਾ ਕੋਈ ਸਾਨੂੰ ਫਾਇਦਾ ਹੋਣਾ, ਵੀ ਇੱਕ ਅੱਧੀ ਵਸਤੂ ਸਾਡੀ ਇੱਥੇ ਵਿਕ ਜਾਣੀ ਹੈ। ਇੱਥੇ ਹੁਣ ਭਗਤ ਕਬੀਰ ਜੀ ਕਹਿੰਦੇ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਜੇ ਤੈਨੂੰ ਗੁਰਮਤ ਦੀ ਗੱਲ, ਜੇ ਤੇਰੇ ਪੱਲੇ ਕੋਈ ਸੱਚ ਦੀ ਵਿਚਾਰ ਹੈਗੀ ਹੈ, ਐਵੇਂ ਥਾਂ ਥਾਂ ਤੇ ਗੰਢਾ ਨਾ ਖੋਲਦਾ ਫਿਰ, ਕਿਉਂਕਿ ਨਹੀਂ ਪੱਟਣ ਇਹਦਾ ਸ਼ਹਿਰ ਹੈ ਨਹੀਂ ਕੋਈ, ਨਹੀਂ ਪਾਰਖੂ ਇਹਦਾ ਪਰਖ ਕਰਨ ਵਾਲਾ ਕੋਈ ਨਹੀਂ ਹੋਏਗਾ, ਨਹੀਂ ਗਾਹਕ ਇਹਦਾ ਗਾਹਕ ਕੋਈ ਨਹੀਂ ਹੋਏਗਾ, ਨਹੀਂ ਮੋਲ ਤੇ ਇਹਦੀ ਕੋਈ ਕੀਮਤ ਦੇਣ ਵਾਲਾ ਹੈ ਨਹੀਂ। ਚਾਰ ਚੀਜ਼ਾਂ ਹੁੰਦੀਆਂ ਨੇ, ਸ਼ਹਿਰ, ਗਾਹਕ, ਮੁੱਲ ਤੇ ਇਹਦੀ ਪਰਖ ਕਰਨ ਵਾਲਾ। ਚਾਰੇ ਚੀਜ਼ਾਂ ਹੀ ਹੈਗੀਆਂ ਨੇ, ਵੇਖ ਲਓ, ਮਾਰੋ ਧਿਆਨ ਨਾਲ। ਅੱਜ ਸਾਡੀ ਜ਼ਿੰਦਗੀ ਚੋਂ ਪਰਖ ਵੀ ਖਤਮ ਹੋ ਗਈ, ਅੱਜ ਸ਼ਹਿਰ ਵੀ ਖਤਮ ਹੋ ਗਿਆ, ਤੇ ਅੱਜ ਸਭ ਮਨਫੀ ਹੋ ਗਿਆ ਸਮਾਜ ਵਿੱਚੋਂ। ਜੇ ਗਾਹਕ, ਮੁੱਲ, ਕੀਮਤ ਹੋਵੇ ਤੇ ਬੰਦਾ ਕਹੇਗਾ ਮੈਂ ਫਲਾਣੇ ਥਾਂ ਗਿਆ, ਉੱਥੇ ਬਾਣੀ ਦਾ ਕੀਰਤਨ ਸੁਣ ਕੇ ਆਇਆ, ਉੱਥੋਂ ਮੈਂ ਗੁਰਮਤਿ ਦੀਆਂ ਵਿਚਾਰਾਂ ਲੈ ਕੇ ਆਇਆ। ਮੇਰੇ ਜਦੋਂ ਮੈਂ ਗਿਆ, ਭਾਈ ਸਾਹਿਬ ਆ ਸ਼ਬਦ ਪੜ੍ਹ ਰਹੇ ਸੀ, ਮੈਨੂੰ ਬੜਾ ਆਨੰਦ ਆਇਆ ਸ਼ਬਦ ਸੁਣ ਕੇ। ਇਹ ਕੌਣ ਕਹੇਗਾ? ਜਿਹੜਾ ਉਹਦਾ ਗਾਹਕ ਹੋਏਗਾ, ਜਿਹੜਾ ਉਹਦੀ ਕੀਮਤ ਜਾਣਦਾ, ਜਿਹਨੂੰ ਪਤਾ ਕਿ ਬਾਣੀ ਕੀ ਚੀਜ਼ ਆ, ਬਾਣੀ ਕਿੱਦਾਂ ਜ਼ਿੰਦਗੀ ਜਿਉਣ ਦਾ ਤਰੀਕਾ। ਮੈਂ ਪਹਿਲਾਂ ਦੱਸ ਚੁੱਕਾ, ਜੇ ਤੁਹਾਡੇ ਵਿਚਾਰ ਮਿਲਦੇ ਆ ਤੇ ਕੱਚੇ ਘਰ ਦੇ ਵਿੱਚ ਵੀ ਪਤੀ ਪਤਨੀ ਵਾਸਤੇ ਸਵਰਗ ਵਾ। ਜੇ ਪਤੀ ਪਤਨੀ 'ਚ ਪਿਆਰ ਹੈ ਤੇ ਇੱਕ ਬੈਡਰੂਮ ਦਾ ਘਰ ਵੀ ਤੁਹਾਡੇ ਲਈ ਸਵਰਗ ਵਾ। ਜੇ ਪਿਆਰ ਹੈ ਨਹੀਂ ਤੇ 8 ਬੈਡਰੂਮ 10 ਬੈਡਰੂਮ ਦੀ ਕੋਠੀ ਵੀ ਬੰਦੇ ਨੂੰ ਖਾਣ ਨੂੰ ਪੈਂਦੀ ਹੈ। ਅਮੀਰੀ ਵੱਡੇ ਘਰ ਤੇ ਵੱਡੀ ਕੋਠੀ 'ਚ ਨਹੀਂ ਹੈ। ਅਮੀਰੀ ਹੈ ਜਿੱਥੇ ਇੱਕ ਦੂਜੇ ਦੀ ਇੱਜ਼ਤ ਹੈ, ਇੱਕ ਦੂਜੇ ਦੀ ਇੱਜ਼ਤ ਕੀਤੀ ਜਾਂਦੀ ਹੈ। ਪਹਿਲੀ ਗੱਲ ਤੇ ਰਿਸਪੈਕਟ ਜਿਹੜੀ ਹੈ ਬੜੀ ਵੱਡੀ ਚੀਜ਼ ਹੈ। ਜਦੋਂ ਆਪਾਂ ਬਾਣੀ ਚੋਂ ਪੜ੍ਹਦੇ ਨੇ, ਵੇਖੋ ਅੱਜ ਆਪਾਂ ਆਨੰਦ ਕਾਰਜ ਤੋਂ ਬਾਅਦ ਰੱਖੇ ਹੋਏ ਸਮਾਗਮ 'ਚ ਬੈਠੇ, ਤਵੱਜੋ ਦੇ ਕੇ ਸੁਣਿਓ ਮੇਰੀਆਂ ਸਿਆਣੀਆਂ ਭੈਣਾਂ ਬੈਠੀਆਂ ਤੁਸੀਂ। ਆਪਾਂ ਆਪਣੇ ਘਰੋਂ ਪਾਲ ਕੇ ਜਵਾਨ ਕਰਕੇ ਧੀ ਤੋਰਦੇ ਆ। ਜਿਹੜੀ ਔਰਤ ਹੈ ਨਾ, ਔਰਤ ਇਸ ਦਰਦ ਨੂੰ ਸਮਝਦੀ ਹੈ। ਜਦੋਂ ਸਹੁਰੇ ਘਰ ਵਿਆਹੀ ਜਾਂਦੀ ਹੈ ਨਾ, ਉਹ ਚਾਹੁੰਦੀ ਹੈ ਵੀ ਜੇ ਮੇਰਾ ਪਤੀ ਮੇਰੇ ਤੋਂ ਉਮੀਦ ਲਾਉਂਦਾ ਨਾ ਵੀ ਮੈਂ ਮਾਂ ਬਾਪ ਭੈਣਾਂ ਭਰਾਵਾਂ ਦੀ ਇੱਜ਼ਤ ਕਰਾਂ, ਉਹ ਵੀ ਚਾਹੁੰਦੀ ਹੈ ਕਿ ਮੇਰੇ ਵੀ ਭੈਣ ਭਰਾ ਨੇ, ਮੇਰਾ ਵੀ ਪਿੱਛੇ ਪਰਿਵਾਰ ਹੈ, ਉਹਨਾਂ ਨੂੰ ਵੀ ਮੇਰਾ ਪਤੀ ਓਨੀ ਹੀ ਇੱਜ਼ਤ ਦੇਵੇ ਜਿੰਨੀ ਉਹ ਮੇਰੇ ਤੋਂ ਆਪਣੇ ਪਰਿਵਾਰ ਲਈ ਇੱਜ਼ਤ ਚਾਹੁੰਦਾ ਹੈ। ਜਿਹਨੂੰ ਆਪਾਂ ਸਮਾਜ ਵਿੱਚ ਆਮ ਇੱਕ ਸ਼ਬਦ ਬੋਲਦੇ, ਬੱਸਾਂ 'ਚ ਲਿਖਿਆ ਹੁੰਦਾ ਨਾ, ਜੀ ਕਹੋ, ਬੋਲੋ ਸਾਰੇ ਜੀ, ਜੀ ਕਹਾਓ। ਜਿੱਦਾਂ ਦੀ ਖੂਹ 'ਚ ਆਵਾਜ਼ ਮਾਰੋਗੇ ਨਾ, ਬੈਕ ਆਵਾਜ਼ ਉਦਾਂ ਦੀ ਆਉਣੀ ਹੈ। ਮੇਰੀਆਂ ਮਾਵਾਂ ਬੈਠੀਆਂ, ਮੈਂ ਇੱਕ ਬੇਨਤੀ ਕਰਾਂ, ਜਿਨ੍ਹਾਂ ਘਰਾਂ 'ਚ ਸੱਸਾਂ ਨੋਹਾਂ ਨਾਲ ਲੜਦਿਆਂ ਨੋਹਾਂ ਨੂੰ ਪੇਕਿਆਂ ਦੇ ਮਿਹਣੇ ਦੇਣ ਲੱਗ ਪੈਣਾ, ਸਮਝ ਲਓ ਘਰ ਦੀ ਖੁਸ਼ੀ ਨੂੰ ਖੰਭ ਲੱਗ ਗਿਆ। ਸਮਝ ਲਓ ਉਸ ਘਰ 'ਚ ਕਦੀ ਖੁਸ਼ੀ ਨਹੀਂ ਆ ਸਕਦੀ। ਭਾਵੇਂ ਤੁਸੀਂ ਰੋਜ਼ ਦੇਸੀ ਘਿਓ ਦੇ ਤੜਕੇ ਲਾ ਖਾਈ ਜਾਓ ਤੇ ਗੱਡੀ ਤੁਹਾਡੇ ਘਰ 'ਚ 50 ਲੱਖ ਦੀ ਖਲੋਤੀ ਹੋਵੇ, ਤੁਹਾਡੇ ਘਰ 'ਚ ਫਰਨੀਚਰ ਬੜਾ ਮਹਿੰਗਾ ਹੋਵੇ, ਜਿਸ ਮਾਂ ਨੂੰ ਆਪਣੀ ਨੂੰਹ ਦੇ ਪੇਕਿਆਂ ਦੇ ਮਿਹਣੇ ਦੇਣ ਦੀ ਆਦਤ ਪੈ ਜਾਏ, ਘਰ ਦੀ ਖੁਸ਼ੀ ਨੂੰ ਸਮਝ ਲਓ ਉਦੋਂ ਤੋਂ ਖੰਭ ਲੱਗਣੇ ਸ਼ੁਰੂ ਹੋ ਗਏ। ਨਹੀਂ ਸਕੂਨ ਆਏਗਾ। ਉੱਥੇ ਚਾਹੀਦਾ ਮੈਂ ਇੱਜ਼ਤ ਨਾ ਬੋਲਾਂ, ਰਿਸਪੈਕਟ ਹੈ। ਇਦਾਂ ਹੀ ਜਿਹੜਾ ਮਰਦ ਹੈ ਉਹਦਾ ਫਰਜ਼ ਬਣਦਾ, ਜੇ ਮੇਰੇ ਘਰ ਆਪਣੀ ਪਤਨੀ ਪਰਿਵਾਰ ਛੱਡ ਕੇ ਆਈ ਆ ਤੇ ਸਾਡੀ ਵੀ ਭੈਣ ਸਾਨੂੰ ਛੱਡ ਕੇ ਅਗਲੇ ਪਰਿਵਾਰ 'ਚ ਗਈ ਆ। ਜਿੱਦਣ ਸਾਨੂੰ ਸਮਾਜ ਵਿੱਚ ਇੱਕ ਦੂਜੇ ਦੀ ਇੱਜ਼ਤ ਕਰਨੀ ਆ ਗਈ, ਫਿਰ ਮਹਿੰਗੇ ਬਰਤਨਾਂ ਨਾਲੋਂ ਹੱਥ ਤੇ ਵੀ ਰੋਟੀ ਖਾ ਲੋਗੇ ਨਾ, ਹੱਥ ਤੇ ਖਾਧੀ ਹੋਈ ਅਚਾਰ ਨਾਲ ਰੋਟੀ ਵੀ ਤੁਹਾਨੂੰ ਮਹਿੰਗੇ ਰੈਸਟੋਰੈਂਟਾਂ ਦੇ ਪਦਾਰਥਾਂ ਨਾਲੋਂ ਜ਼ਿਆਦਾ ਸਵਾਦ ਲੱਗਣੀ ਹੈ। ਕਿਉਂਕਿ ਇਹ ਇੱਜ਼ਤ, ਰਿਸਪੈਕਟ, ਸਤਿਕਾਰ, ਇਹ ਜ਼ਿੰਦਗੀ ਦੇ ਬੜੇ ਵੱਡੇ ਅਨਮੋਲ ਖਜ਼ਾਨੇ ਨੇ, ਜਿਹਨੂੰ ਅਸੀਂ ਬਾਣੀ ਚੋਂ ਸਮਝ ਸਕਦੇ ਹਾਂ, ਪੜ੍ਹ ਸਕਦੇ ਹਾਂ। ਅੱਜ ਤਾਂ ਲਾਲਚ ਦੀ ਬਿਰਤੀ ਨਾਲ ਸਾਡਾ ਸਮਾਜ ਪਤਾ ਨਹੀਂ ਕਿੰਨਾ ਅਸੀਂ ਇਹਨਾਂ ਪਵਿੱਤਰ ਰਿਸ਼ਤਿਆਂ ਨੂੰ ਗੰਧਲੇ ਕਰਕੇ ਰੱਖ ਦਿੱਤਾ। ਅੱਜ ਤਾਂ ਤਾਰ ਕਰਕੇ ਰੱਖ ਦਿੱਤਾ ਸੀ, ਗੁਰੂ ਦੀ ਵਿਚਾਰ ਨੂੰ ਮਨਫੀ ਕਰਕੇ। ਵੇਖੋ ਕਿੰਨਾ ਪਿਆਰਾ ਉਪਦੇਸ਼ ਹੈ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਮਿਲਦਾ ਹੈ। ਨਾਨਕ ਸਤਿਗੁਰ ਭੇਟਿਐ, ਹੇ ਨਾਨਕ ਜਦੋਂ ਸਤਿਗੁਰੂ ਜੀ ਮਿਲ ਪੈਣ, ਪੂਰੀ ਹੋਵੇ ਜੁਗਤ, ਜ਼ਿੰਦਗੀ ਜਿਉਣ ਦੀ ਜੁਗਤ ਪੂਰੀ ਹੋ ਜਾਂਦੀ ਬੰਦੇ ਦੀ। ਇਨਸਾਨ ਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਆ ਜਾਂਦਾ, ਹੱਸਦਿਆਂ। ਫਿਰ ਜੁਗਤ ਇਦਾਂ ਦੀ ਆਉਂਦੀ, ਬੰਦਾ ਹੱਸਦਾ ਵੀ ਆ, ਹੱਸਦਿਆਂ ਖੇਲਦਿਆਂ ਬੰਦਾ ਖੇਡਦਾ ਵੀ ਆਪਣੇ ਪਰਿਵਾਰ 'ਚ। ਪਿਓ ਪੁੱਤ ਖੇਡ ਰਹੇ ਆਪਸ ਵਿੱਚ, ਮਸਤੀ ਕਰਦੇ ਆ, ਦਾਦੇ ਨਾਲ ਕਰਦੇ ਆ।
ਹੱਸੰਦਿਆਂ ਖਿਲੰਦਿਆਂ ਪਹਿਨੰਦਿਆਂ ਚੰਗੇ ਕੱਪੜੇ ਵੀ ਪਹਿਨਦੇ ਨੇ, ਖਵੰਦਿਆਂ ਚੰਗਾ ਖਾਂਦਾ ਵੀ ਆ, ਤੇ ਵਿੱਚੇ ਹੋਵੇ ਮੁਕਤ। ਉਹਨੂੰ ਮੁਕਤੀ ਲੈਣ ਲਈ ਟੱਬਰ ਛੱਡਣ ਦੀ ਲੋੜ ਨਹੀਂ, ਉਹਨੂੰ ਮੁਕਤੀ ਲੈਣ ਲਈ ਆਪਣਾ ਪਰਿਵਾਰ ਆਪਣੇ ਬੱਚੇ ਤਿਆਗਣ ਦੀ ਲੋੜ ਨਹੀਂ। ਉਹ ਆਪਣੇ ਪਰਿਵਾਰ 'ਚ ਬੈਠਾ ਹੀ ਗੁਰੂ ਦੇ ਉਪਦੇਸ਼ ਨੂੰ ਸਮਝ ਕੇ ਵਿਚਾਰ ਕੇ ਮੁਕਤ ਹੋ ਜਾਂਦਾ। ਜੋਗ ਨਾ ਖਿੰਥੈ, ਜੋਗ ਨਾ ਡੰਡੈ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁਡਾਇਐ, ਜੋਗ ਨਾ ਸਿੰਘੀ ਵਾਈਐ। ਅੰਜਨ ਮਾਹੇ, ਸਾਰੇ ਬੋਲੋ ਅੰਜਨ ਮਾਹੇ। ਅੰਜਨ ਕਹਿੰਦੇ ਕਾਲਖ ਨੂੰ, ਜਿਹਨੂੰ ਸੰਸਾਰ ਦੇ ਲੋਕਾਂ ਨੇ ਕਾਲ ਕੋਠੜੀ ਕਿਹਾ ਸੀ। ਕਹਿੰਦੇ ਸੰਸਾਰ ਤੇ ਕਾਲ ਕੋਠੜੀ ਹੈ, ਇਹ ਤਾਂ ਕਾਲ ਕੋਠੜੀ ਹੈ, ਇਹਨੂੰ ਕਾਲ ਕਹਿ ਛੱਡਿਆ। ਪਾਤਸ਼ਾਹ ਕਹਿੰਦੇ ਜਿਹੜਾ ਸੰਸਾਰ ਅੰਜਨ ਹੈ ਨਾ, ਇਹਦੇ ਵਿੱਚ ਰਹਿ ਕੇ ਨਿਰੰਜਨ ਨਾਲ ਸੁਰਤ ਜੋੜਨੀ। ਅੰਜਨ ਮਾਹੇ ਨਿਰੰਜਨ ਰਹੀ ਹੈ, ਰਹਿਣਾ ਅੰਜਨ 'ਚ ਹੈ, ਪਰ ਸੁਰਤ ਨਿਰੰਜਨ ਨਾਲ ਜੋੜ ਕੇ ਰੱਖਣੀ ਹੈ। ਜੋਗ ਜੁਗਤ ਇਵ ਪਾਈ ਹੈ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀ ਹੈ ਸੋਈ। ਏਕ ਦ੍ਰਿਸ਼ਟ, ਹੁਣ ਇੱਕ ਬੜੀ ਪਿਆਰੀ ਗੱਲ ਹੈ। ਜੋਗੀ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸਲੀ ਜੋਗੀ ਪਤਾ ਕਿਹੜਾ ਹੁੰਦਾ? ਜਿਹੜਾ ਇੱਕ ਦ੍ਰਿਸ਼ਟੀ ਨਾਲ ਸਾਰੇ ਸੰਸਾਰ ਨੂੰ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਜੋ ਆਪਾਂ ਬਾਣੀ ਚੋਂ ਪੜ੍ਹਦੇ ਹਾਂ। ਗੁਰੂ ਸਾਹਿਬ ਜੀ ਨੇ ਗੱਲ ਕਹਿਤੀ ਵੀ ਮੁੰਦਾ ਸੰਤੋਖ ਸ਼ਰਮ। ਵੇਖੋ ਜ਼ਿੰਦਗੀ ਦਾ ਬੇਸ ਸੰਤੋਖ ਹੈ, ਸਬਰ ਹੈ। ਆਪਾਂ ਰੋਜ਼ ਸ਼ਾਮਾਂ ਨੂੰ ਪੜ੍ਹਦੇ ਹਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ठाकुर का पयो, जिसका सबस आधारो, जे को खावे जे को पुंचे, तिसका होए उधारो। हुण गुरुदेव जी कहते ने जोगी तू कान च मुंदरा क्यों पाइया ने? वो कहते इस करके पाइया जी कि मैं रब दे रस्ते ते तुरिया होया। पातशाह कहते फिर मुंदरा पाउण दी लोड़ नहीं, जिंदगी च सबर धारण कर ला, ते सबर वाले बंदे दा दुनिया नूं आपे पता लग जांदा। मुंदरा ते कान पड़वा के पाएगा। सबर ते चीज़ ही इदां दी है भी सबर जिहड़ा बंदा रखदा जिंदगी च, ओहदा ते धीआं पुत्तां बारे पता हुंदा आपां नूं भी साडे पुत्त विच किन्ना क सबर है, साडी धी च किन्ना क सबर है, साडी नूंह च किन्ना क सबर है, पता हुंदा ना। माफ करना, कईयां नूं सारा पता हुंदा कि साडे पुत्त विच संतोख घट है, साडी नूंह जिहड़ी विआही आई है उह च संतोख ज़्यादा है। भावें ओह मन्नण भावें ना मन्नण, कईयां परिवार वालिआं नूं पता हुंदा कि साडे जवाई च सबर ज़्यादा है, साडी धी विच उन्ना सबर है नहीं। साडे पुत्त विच सबर ज़्यादा है, साडी धी च नहीं हैगा। वड्डे भरा सबर ज़्यादा छोटे च नहीं हैगा, क्योंकि साडा जिहदे नाल वाह पैंदा है, सानूं उहदे वाह चों उहदे लक्षणां दा, उहदे सुभाਅ दा, उहदे नेचर दा हौली हौली पता लगना शुरू हो जाता है। तो पातशाह कहंदे मुंदा संतोख, ਕੰਨ ਵਿੱਚ ਮੁੰਦਰਾ ਪਾਉਣ ਦੀ ਲੋੜ नहीं, सबर धारण कर लो। सबर ही संतोख नूं मुंदरा बना लो। मुंदा संतोख शरम पत, सारे बोलो शरम पत झोली। तुसी झोली क्यों फड़ी है? कहंदे झोली इस करके, झोली मीनिंग उन्होंने आप उन्होंने कोल खप्पर हुंदा सी, जिहड़ा तुसी वेखिया भी वो जदों दर दर ते मंगण जांदे सी, हत्थ विच खप्पर फड़ के लैके जांदे सी जोगी। एक उन्होंने कोल झोली सी, खप्पर विच आटा दाल पाउंदे सी। वो अगे झोली विच तैयां बणियां हुंदियां सी, एक आटा पा लेना, एक दाल पा लैनी, जो जो समगरी पवाई जानी। हुण पातशाह उत्थे कहंदे ने शरम पत झोली। जोगी लोको तुहानूं अपने कोल खप्पर रखण दी लोड़ नहीं, तुसी शरम पत झोली, तुसी मेहनत नूं अपनी झोली बना लो, मेहनत नूं अपना खप्पर बना लो। ते मेहनत कश बंदा कदी भी भीख नहीं मंगदा। जिहड़ा मेहनत करदा बंदा, जिहड़ा बंदा मेहनत करदा, वो दिहाड़ी करके खा लू, उधार लै लू किसी को भी, अज है नहीं मैनूं उधार दे दे, कल नूं वापस मोड़ दूँ, पर हाथ में ठूटा फड़ के उत्थे खलो के मंगे, ऐसा नहीं हुंदा। अगला मेहनत कर। तो तुसीं अपनी जिंदगी च कई बंदे ऐसे वेखे होने ने जिन्हां दे हथ पैर नहीं काम करते, पर मेहनत काशा, हथ पैर नहीं है पर मेहनत करके रोटी खा लेंदे फिर भी। तो कईयां दे हथ पैर भी काम करते तो भीख मंग रहे हुंदे ने। ये बंदे दी जमीर ते डिपेंड करदा। हुण शरम पत झोली, पातशाह कहंदे तुसीं शरीर ते सवाह क्यों मलदे हो जोगी लोको? कहंदे इस करके मलदे भी दुनिया ने एक दिन सवाह हो जाना। महाराज कहंदे सवाह मलण दी लोड़ नहीं,
ध्यान विच ये गल रखो भी एक दिन दुनिया ने फना हो जाना, तो जिहड़ा बंदा ध्यान च ये गल रखू वो जमीन के एक टुकड़े बदले अद्धे मरले बदले भरा ना दुश्मनी नहीं पाएगा। वो निकी जी गल ते लड़ाई थोड़ा पाऊ, उन्होंने ये समझ आ जानी है भी जिहड़ी जमीन बदले मैं लड़ रहा वा, ना तो साडे परदादे लैके गए ते ना साडा प्यो लैके गया ते ना असी लैके जानी आ, मैं जमीन के टुकड़े बदले अपने भरा ना क्यों बगाड़ा बई। उन्होंने समझ आ ध्यान की करे विभूत ਉਹਦੇ ਧਿਆਨ ਆਪਣੇ ਧਿਆन च विभूत रखनी आ, शरीर ते सवाह नहीं मलनी। जोगी शरीर ते सवाह मलदा सी। ध्यान की करें विभूत खिंथा काल, अपनी जिंदगी विच हमेशा मौत नूं चेते रखना, ये उहदे कोल खिंथा होवे। कुआरी काया जुगत, कुआरा किहनूं कहने जिन्हें जे विआह ना कराया होवे। आप कहने फलाने दा बेटा जे कुआरा है, फलाने की बेटी है जे कुआरी है, शब्द आप बोलते हैं जिहदा अजे विआह नहीं होया। गुरु नानक साहब जी कहते हैं अपनी काया नूं कुआरा रखे। कुआरा रखने का अर्थ की है? लालच नूं टच ना करे, पंजां वकारां तो अपने मन नूं बचा के रखे, इहनूं कुआरी काया कहंदे। कुआरी काया जुगत, ये जोग दी जुगती होवे। डंडा प्रतीत, जोगी लोगों तुसीं हत्थ विच डंडा फड़िया, डंडा फड़न की लोड़ नहीं, विश्वास रखो। भरोसा बड़ी वड्डी चीज़ है। पति पत्नी दे विच ना भरोसा रिश्ते की एक बुनियाद है। विश्वास निर्मल भाव भी उन्होंने कह सकते हैं आप। गुरु साहब जी ने बड़े नुकते समझाए, सानू जिंदगी जीने का तरीका दसिया कि किद्दां जिंदगी नूं तुसीं स्वर्ग बनाउणा है, किद्दां अपनी जिंदगी विच ये कमियां बाहर कढ के ते रोज जिंदगी नूं खूबसूरत बनाउणा है। भाई जो बाबा लहणा जी गुरु नानक साहब नूं मिलण गए ना करतारपुर साहब की धरती ते गुरु नानक साहब झोने चों नदीन कढ़ रहे ने। बाबा लहणा जी ने जाके गुरु नानक साहब जी के कोल उन्होंने पूछ लिया जी मैं नानक तपे की सराह जाना। तो गुरु नानक साहब महाराज कहते आप भाई तेनों मैं नानक तपे की सराह लै चलदा। बाबा लहणा जी घोड़े ते सवार ने। गुरु नानक साहब जी ने बाबा लहणा जी के घोड़े दियां वागां फड़ लियां ते तुर पे। जदों अगे गए गुरु साहब अपने हथ पैर साफ करके जाके संगत च बह गए। बाबा लहणा जी हैरान हो गए कि जेड़े गुरु नानक साहब की मैं वडियाई सुन के आया हूँ, मैं घोड़े ते सवार ते बाबा मेरे घोड़े दियां वागां फड़ के आया। पैरां थल्ले जमीन निकल गई ते महाराज महसूस कर रहे आ भी इहनूं इहदे अंदर हुण की चल रहा कि जिस महान शख्सियत नूं मिलण आया। ये तो एक चीज़ बड़ी क्लीयर हो गई भी पिछों गुरु नानक साहब नूं मिलण आया, पर गुरु नानक साहब नूं पछाण नहीं सकिया क्योंकि गुरु नानक साहब खेतां 'च काम कर रहे थे। अज मान लो आपां नूं कोई बंदा कहे जी आओ तुहानूं फलाणे महापुरखां नूं मिला के लियावां, बंदा कहे चल मिला लिया, लैन चल जावे उन्होंने बाबे नूं मिलण वास्ते। ऐसा हो भला कि वह बंदा जाके उस बाबे नूं पुछण लग पे जी मैं महापुरखां नूं मिलण आया। वह बाबा दूरों देख पैना, जदों एसी च भी उन्होंने कोई पखी झल रहा होया, उहदे लागे एक तौलीए वाला खलोता होया, एक ने तीर फड़िया होया, फिर उन्होंने मिलण वास्ते एक बंदा गेट ते खलोता होना कि तुसीं कित्थों आए जी। बाबा जी अजे ते आराम कर रहा, जां बाबा जी अजे बंदगी च बैठे आ, बाबा जी अजे सिमरन कर रहे आ। गुरु नानक साहब जी की सिंपल विचारधारा वेखो। इलैक्शनां च मैं गल अक्सर बोलता सी कि तुसीं वेखो लीडर आम लोगों को वोटां लैण लई जमीन ते बह के रोटी खांदे आ, कोई किसी दे ट्यूबवैल ते बहिंदा, कोई आम बंदे दे घर जाके रोटी खा रहा। सिर्फ काहदे लई स्टंट करदे सी कि लोकां नूं इह लगे असीं तुहाडे वर्गे आ। पर गुरु नानक साहब जी ने भाई लालो कोलों वोटां नहीं सी लैणियां, उहदे घर जाके प्रसादा छकिया। ये गुरु नानक साहब का बेसिक असूल सी, नीचा अंदर नीच जात नीची हूँ आत नीच, नानक तिनख संग साथ वड्डियां स्यों क्या रीस। ये गुरु नानक साहब का बेसिक असूल सी, जिहड़ी असीं बेस कढ चुके अपनी जिंदगी विचों। तगड़ा हुंदा ते असीं उहदी कार दी बारी गांह होके खोलदे आं, माड़ा हुंदा ते असीं नूं बुला के राजी नहीं हैगा। माफ करना, रिश्तियां च भी ऐसा हुंदा है, तगड़ा रिश्तेदार आ जाए ते उहदे अगे ट्रेयां चुक के भज्जे फिरदे आ, मातड़ रिश्तेदार आ जाए तो उन्होंने चंगी तरह चाह पानी भी उच्ची बोल के दस्यो जी। गुस्सा ना मनायो। हुण दाज तगड़ा लियांदा होवे
तगड़ा रिश्तेदार आ जाए तो ਉਹਦੇ ਅੱਗੇ ਕੁੜਮ ਸਾਹਿਬ ਆਪੇ ਹੀ ਟਰੇਆਂ ਲੈ ਕੇ ਤੁਰੇ ਫਿਰਦੇ ਆ। ਤੇ ਮਾਤੜ ਰਿਸ਼ਤੇਦਾਰ ਹੋਵੇ, ਮੰਨ ਲਓ 2-3 ਪੁੱਤ ਹੋਣ, ਇੱਕ ਤਗੜੇ ਘਰ ਵਿਆਹਿਆ ਹੋਵੇ, ਇੱਕ ਮਾੜੇ ਘਰ ਵਿਆਹਿਆ ਹੋਵੇ, ਹੈਗਾ ਉਹ ਵੀ ਕੁੜਮੀ ਆ, ਪਰ ਜਦੋਂ ਉਹ ਆਉਂਦਾ ਉਹਦੇ ਨਾਲ ਚੰਗੀ ਤਰ੍ਹਾਂ ਨਹੀਂ ਬੋਲਦਾ ਤੇ ਤਗੜਾ ਆ ਜਾਏ ਤੇ ਉਹਦੇ ਅੱਗੇ ਪਿੱਛੇ ਮਾਫ ਕਰਨਾ ਰਿਸ਼ਤੇਦਾਰੀਆਂ 'ਚ ਵੀ ਆਉਂਦਾ। ਇੱਕ ਰਿਸ਼ਤੇਦਾਰ ਤਗੜਾ ਹੋਵੇ ਉਹਦੇ ਅੱਗੇ ਪਿੱਛੇ ਭਜਦਾ, ਮਾਤੜ ਨੂੰ ਪੁੱਛਦਾ ਕੋਈ ਨਹੀਂ। ਕੱਲੀ ਲੀਡਰਸ਼ਿਪ 'ਚ ਹੀ ਨਹੀਂ, ਸਮਾਜ ਵਿੱਚ ਵੀ ਇਹ ਪ੍ਰੋਬਲਮ ਬਹੁਤ ਵੱਡੀ ਹੈ। पर याद रखना जो सानू समाज विच तुहाडे घर दा काम भी है, तुसीं विआह शादी च बैठे हो, वो तावें परिवार हुंदे जिहड़े अपने घर दे कामे नूं पुछण तू रोटी खा ली आ, पहलां तू रोटी खा, सब तो बाद काम तू करना। कोई टावा हुंदा तगड़ा, वो फिर पता की सोचदा काम आंदा वड़िया घरां च रहा, पर ऐ सरदार वर्गा सरदार नहीं मैनूं अजे तक मिलिया जिहड़ा इन्ने बिजी शेड्यूल च भी मैनू पुछण आया कि पहला तू रोटी खा, पुत्रा तू रोटी खाएगा, तू साडे घर दा काम करना। टावे हुंदे ने जिहड़े इन्ने रौले गौले विच घर च काम करन वाली बीबी नूं भी पुछण पैना पहला तू पेट भर के रोटी खा, बाकी रिश्तेदारां दी गल आपां बोलो भैणो बाद विच करदे। जिदण सानू जिंदगी च हर बंदे नूं रिस्पैक्ट देण दी जाच आ गई, मैं पहलां कह चुका कच्चे घर चों भी स्वर्ग वर्गा माहौल बन जू। तो जिदन सानू किसी नूं बोलण दा तरीका नहीं, घरां च महंगे लगे मार्बल भी बंदे नूं डराउण लग पैंदे आ। फिर तिन्ना मुख डराउणे जिन्हां वसारे ना, जिन्हां ने सच ही भुलाता उन्हां नूं ते फिर वस्तुआं भी डराउंदियां ने समा पा के। पातशाह ने बाणी च लिखिया थोड़ा एवें थोड़ा लिखिया सी कि कोठे मंडप माड़ियां पासों चितवियां ढठियां कम नावणी विचों सखणियां। कोठे महल महल माड़ियां ये चंगियां लगदियां ने, खूबसूरत हुंदियां ने, पर जे को दे विच वसदा होवे ते, जे वसदा ना होवे ते वड्डे वड्डे महल भी इंसान नूं समा पा के डराउण लग पे। कोठे मंडप माड़ियां सारे बोलो पासों चितवियां ढठियां कम नावणी विचों सखणियां। हुण घर बड़ा वधिया बनाया होवे पर उहदा दरवाजा रोज़ ना खुले, उहनूं झाड़ू रोज़ ना फिरे। तुसीं कपड़ियां वल वेखियो, तुसीं कपड़े समा के घर रख लो, पाओ ना ते पै पै कपड़े भी खराब हो जाते हैं। तुसीं जुत्ती लिया के घर रख छड्डो, उहनूं पाओ ना ते पई पई जुत्ती भी समा पा के खराब हो जाती। गड्डी लिया के एजेंसी च घर डक दो, साल 6 महीने सल्फी ना मारो, हो सकता तुहानूं धक्का ला के गड्डी रेड़नी पवे, टो कराउणी पवे, बैटरी लिया के दोबारा तो फिर चार्ज कराउणी पवे। सेम इदां ही आ, घर ओहो ही आ जिथे को रहिंदा, ये शरीर ओहो ही आ जे शरीर च रब्बी गुण रहिंदे आ। कोठे मंडप माड़ियां पासों चितवियां ढठियां कम नावणी विचों सखणियां। वो किसे काम नहीं जड़ी अंदरों सखणियां। तो पातशाह कहते ने पहला वस्त सजाण के तां कीचे व्यापार, दोही दिचे दुर्जना। दुर्जन कहते दुश्मन नूं। साडे दुश्मन किहड़े ने? काम क्रोध लोभ मोह ते हंकार। अच्छा जिहड़े दुनियावी तौर पर जिन्हां नाल साडी नहीं ना बनदी उहदे बारे असीं बच्चिआं नूं कह दिंदे भी उन्हां नाल अपनी बनदी नहीं, उन्हां दे घर ना जाओ। ਜਿਹੜੇ ਦੁਨਿਆਵੀ ਦੁਸ਼ਮਣ ਹੁੰਦੇ ਉਹਨਾਂ ਤੋਂ ਅਸੀਂ ਆਪਣੇ ਪੁੱਤਰਾਂ ਧੀਆਂ ਨੂੰ ਅਲਰਟ ਕਰ ਦਿੰਦੇ ਆ, ਸੁਚੇਤ ਕਰ ਦਿੰਦੇ ਆ ਜੀ ਕਹਿ ਲਓ। ਪਰ ਜਿਹੜੇ ਬੰਦੇ ਦੇ ਅੰਦਰ ਦੁਸ਼ਮਣ ਵਾ ਇਹਨਾਂ ਤੋਂ ਕਦੀ ਤੂੰ ਸੁਚੇਤ ਹੁੰਦਾ ਨਹੀਂ, ਉਹਨਾਂ ਨਾਲ ਤੇ ਸਾਂਝ ਪਾ ਕੇ ਤੁਰਿਆ ਫਿਰਦਾ। ਇਹ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ। ਇੱਥੇ ਪਾਸ਼ਕ ਦੇ ਦੋਹੀ, ਦੋਹੀ ਦਾ ਅਰਥ ਕੀ ਹੈ? ਦੁਹਾਈ ਦੇਣੀ, ਸਿਵਸਲਾ ਕਰਨੀ, ਰੌਲਾ ਪਾਉਣਾ ਜਿਹਨੂੰ ਆਪਾਂ ਕਹਿੰਦੇ ਆ। जिवें आम ही आप बोली बोल दें, मैं बड़ी दुहाई दी, बड़ा रौला पाया। कहते दोही दिच्चै कादे वास्ते? दुर्जना। अपने अंदर दे दुर्जना नूं बाहर कढण लई दोही दे, रौला पा, उहदी वडियाई कर, सिवसला कर ते मित्रां कू जयकार, ते अपने मित्रां नूं जयकार कर। भाव अपने अंदर मित्रां दी फौज इकट्ठी कर ताकि तेरे अंदर दुश्मन बाहर निकल सकण। मित्र कौन आ साडे? सत, संतोख, दया, धर्म, धीरज, ये साडे दैवी गुण, साडे मित्र ने। दुश्मन की आ? 5 वकार। ते अज बंदे दी सांझ किहदे नाल ज़्यादा भला? औगुणा नाल के गुणा नाल? हर एक नूं पता सांझ दुश्मन नाल ज़्यादा है।
गुणां नाल ते सांझ ही है नहीं, जिहड़े अपने असली मित्र उन्हां नाल ते सांझ ही है नहीं गी। हुण इत्थे शब्द है दोही दिचे दुरजना मित्रां कू जयकार, जित दोही सज्जन मिलन। जिस दोही नाल, जिस वडियाई नाल, जिस सिफत सलाह नाल सज्जन मिलन, सज्जणा दा मिलाप होवे, जित दोही सज्जन मिलन, लो मुंदे विचार, हे मुंदे वो विचार अपनी जिंदगी च इकट्ठी कर, वो अपनी जिंदगी च विचार ग्रहण कर। यानी कि जिस विचार नाल तेरी जिंदगी दे विच गुण इकट्ठे हुंदे ने, गुणां दी फौज इकट्ठी हुंदी है, यानी कि तू चंगा बनदा, वो विचार अपनी जिंदगी च इकट्ठी करनी शुरू कर। साध संगत जी, वो भागां वाले परिवार हुंदे ने जिथे बैठ के कोई सत की गल करदा, कोई चंगी गल करदा, चंगे संस्कारां की गल करदा, जिथे किसी विगड़े हुए माहौल नूं सुधारन की गल करदा, वो भागां वाला परिवार है। जिथे बैठ के सवेरे दिन चढ़न तो लैके रात आरंभ होने तक, कोई सवेर तो लैके शाम तक कोई चंगे ख्याल, चंगे विचार किए जाते हैं। जदों आपां सवेरे अपने मंजे तो बैड तो उठते हैं, उदों तो लैके रात सौण तक चेता करना चाहिए, मैं अज पूरे दिन च किन्नियां दा माड़ा सोचिया ते किन्नियां दा माड़ा कीता है। पहला उहदी सोच बनती है, माड़ा बंदा बाद विच करदा, पहला प्लैनिंग बनती है दिमाग विच। ऐसा कदी नहीं हुंदा बंदा कहे मैं माड़ा काम मेरे को हो गया पर मैं सोचिया नहीं सी, ना 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 ना, सोच तो बिना कदी माड़ा काम नहीं हुंदा। तुहाडी रसोई विच जिहड़ा समान पिया, जदों लोड़ पऊगी वरत भी लओगे ना। आ वैपन हुंदे ना घरां च, हथियार, लाइसेंसी हथियार घर च रखना, लाइसेंसी हारी सारी बंदे दे वास दी गल नहीं, उहदे वास्ते सहज बड़ा चाहिदा। क्योंकि पता भी जे माड़ी मोटी किते गुस्सा आ गया तो पता नहीं घर का हथियार फड़ के, वैपन फड़ के पता नहीं किते घरदियां ते ना चला दे, उत्थे सहज धीरज बहुत वड्डा चाहिदा। हुण मान लो जे तुहाडे घर च कोई चीज़ पई है, जो लोड़ पैगी तुसीं वरत भी लैनी है, जे तुहाडे घर च होएगी नहीं तुसीं वरतोगे कित्थों। हुण जे रसोई विच तुहाडे कोल समान पिया, उधरों रिश्तेदार साग संबंधी आ गए, जो तुहाडे घर पिया होएगा तुसीं वरत लेना है। जे घर च होवेगा ही नहीं, तुसीं वेखिया जिन्हां घरां च कोई ज़्यादा गुस्सेखोर बंदा होवे ना, उत्थे डांगा सोटे भी अगले लुको के रखदे भी, पता नहीं किहड़े वेले छिणक पै जानी, तेरे डांग फड़ के पता नहीं किहदे दिवाले हो जाना। भी इस करके ये चीज़ां लुको के रखण की कोशिश करो। ਇਹਦਾ मतलब हैगी सी अगले ने वरत लैनी है। सेम इदां गुरु पातशाह जी गल करदे आ कि अपनी जिंदगी दे विच एक चीज़ नोट कर ली भाई, गुणां दी फौज इकट्ठी कर, क्योंकि ताकि तेरी जिंदगी विचों अवगुण बाहर हो सकन। ते याद रखी, जे तेरे अंदर अवगुण होए, जिद्दां दी सोच होएगी उहदे मुताबिक तू काम करेगा। हुण तुसीं वेखो, जदों तुसीं प्लेन विच सफ़र करदे हो ना, हुण जिहड़ी इंटरनेशनल फ्लाइट है, जिहड़े तुहाडे चों वीर सफ़र करदे नूं पता होना, उत्थे अपनी श्री साहब नहीं जाण दिंदे हो। मतलब की है, उन्होंने पता भी जे किते नाल लै गए, किते उत्थे लड़ पे किसी नाल, नुकसान हो गया। अजकल तो वड्डे वड्डे होटलों च भी ना तुसीं जाके उत्थे करद मंगो, कोई चाकू मंगो, कोई भी असीं कोई सलाद कट्टना, कोई फ्रूट कट्टना, वो कहते सानू दे दो। उत्थों दे जिहड़े मेन स्टाफ वो कहते सानू दे दो, असीं कट के तुहानूं दे दिंदे आ। वो यकीन नहीं करते, वो आंदे किते लड़ पे भी ये भाई रात भावें आपस में ही लड़ पैण ते एक दूजे दे मार देण ते साडे ते ब्लेम आएगा। इहदा अर्थ जिहड़ी चीज़ बंदे दे कोल हुंदी आ ना, लोड़ पैण ते किते ना किते बोलो जी वरत लैंदा। ते जे सोच माड़ी होऊगी ते किते ना किते माड़ी सोच वरतेगा, ते जे सोच चंगी होएगी ते किते ना किते सोच तेरे कोलों चंगी वरती जानी है। तो फिर इहदा अर्थ की करना चाहिए? हमेशा चंगी सोच दे मालक बनना चाहिए है। की बनना चाहिए? बोलो सारे जी। हमेशा ही चंगा सोचो, चंगे विचार सोचो, किसी का भला सोचो, किसी का बुरा ना सोचो। जे बुरा सोचोगे तुहाडे कोलों किसी का बुरा होएगा, पर एक चेता रखियो, जे तुसी किसी का बुरा कीता ते शुरुआत तुहाडे तो होनी है, क्योंकि तुसी भी उसे समाज का हिस्सा जे। चंगा सोचण की कोशिश करो। आ जिन्हां ने नशे वेचे आ, नशियां दीयां तस्करियां कीतियां, अपने घर बनाउण लई नशे वेचे ही आ ना। तुसी की सोचो कि इन्हां दे घर इस अग तो बच जाने आ? ना 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 ना। कोठियां बणियां रह जांदियां, विच रहण वाला कोई नहीं रह जांदा। जमीनां जायदादां बन जांदियां ने, पर उन्हां जमीन जायदादां नूं वरतण वाला कोई नहीं रह जांदा।
सिंपल कमाई कर लो, सधारण कमाई कर लो, पर जिहड़ी असली कमाई ओही आ जिहड़ी असीं सही तरीके नाल अपनी कमा के अपने बच्चों नूं खवाउने आ। रोटी खाओ सही तरीके नाल, किहदा हक ना मारो, किहदा बुरा ना करो। ये सानू असूल गुरु नानक साहब जी ने बख्शिश कीते ने। कोशिश करो सवेरे दिन चढ़न तो लैके रात सौण तक मैं चंगा सोचा, जिन्हों आपां कहने नानक नाम चढ़दी कला तेरे भाणे, सारे बोलो तेरे भाणे सरबत दा भला। हुण सरबत विच आपां सारे आ जाने आ, भला करो भला सोचो। पर पातशाह ने बाणी च पता की लिखिया, हे रब जी तुसी साडा सारियां दा भला कर दिओ, पर सानू तुहाडा भला भी चंगा नहीं लगदा। तुम करो भला हम भलो ना जाने, तुसी साडा हमेशा ही भला कर दिओ, पर असीं इन्ने ना शुक्र हां, सानू तुहाडा भला भी पसंद नहीं हैगा। तुम करो भला हम भलो ना जाने, तुम सदा सदा दयाला। तो इस करके अपनी जिंदगी च हमेशा चंगा सोचो, चंगा सोचोगे तो चंगा होएगा। जे माड़ा सोच के रखोगे तो सुभाविक है भाई किते ना किते साडे कोलों कोई गुनाह हो जाना, किते ना किते साडे कोलों कोई नुकसान हो जाना। बाणी साडी सोच बदलती है। भगत रविदास जी का वाक्य है, मेरी संगत पोच सोच दिन राती। मेरी संगत माड़ियां नाल आ ते सोच भी मेरी माड़ी हो गई आ, ते कर्म कुटलता। हुण अगे शब्द आ गया कर्म, क्योंकि सोच तो बाद कर्म बनते हैं। जे सोच माड़ी तो कर्म माड़े होणगे ना, फिर बंदा माड़े काम करेगा। मेरी संगत पोच सोच दिन राती, मेरा कर्म कुटलता। सारे बोलो बाणी बोलो जी, मेरी संगत पोच सोच दिन राती, मेरा कर्म कुटलता जन्म को भांति। जन्म लैन करके कोई नीवी जात दा नहीं हुंदा, अपने कम्मां नाल बंदा नीवी जात दा बनदा वा। ते कोई उच्ची जात दा जन्म तो नहीं हुंदा, अपने कम्मां नाल ही उच्ची जात बनदी है। हुण एक आम दरम्याने परिवार का बच्चा डॉक्टर बन जाए, उत्थे कोई नहीं कहता दलत है, कहते डॉक्टर साहब आए ने इन्हां कोलों इलाज करवाना है। कोई दरम्याने परिवार का मजदूर परिवार का बच्चा जज बन जाए, उत्थे जज कोलों तरीक लैन लगे हाँ, उत्थे जज के सामने खलोण लगे हाँ, बंदे दियां लत्तां कंबदियां। वड्डे वड्डे बाबे कंबनी छिड़ जाती है जो किसी जज के सामने खलोते हैं। अपने सामने प्रतख उदाहरण है सौदे साध वाली। पूरे भारत देश के आगू मिनिस्टर वो पैरों च बहिंदे सी, पर जज के सामने खलोना पिया उस बाबे नूं। तुसीं वेख लो, ते पंचकूले तो सीधा ही हैलीकाप्टर च बिठा के सीधा जेल पहुँचाना पिया। लीडरां ने बड़े हत्थ पल्ले मारे, वोटां तो पहला उन्होंने बाहर भी कढ़िया परोल ते भी शायद किते एक दा बेर साडे खाते डिग पू, पर वह भी काम उन्होंने बोलो सारे नहीं आया। आ PM ने सारे बाबे इकट्ठे करके दिल्ली बिठाए, वो भी बाबे किसी काम नहीं आए। फिर इस तो बाद होर सोचो, आ संत समाज इन्हां भी बयान दागे सी भी वोटां पाओ। किहनूं पाई, किहनूं पाउण लई कहा, तुहानूं पता सारियां गल्लां, साडे कोल ना बुलाया करो। तुहानूं पता भी जिन्ना संत समाज सी उन्होंने किहनूं कहा है वोटां पाउण लई। वो मसा खिच धू के 4 ते गए, वो भी 2 अपनियां ते 2 दूजी पार्टी दियां लैके गए आ। इहदा मतलब समझ लेना चाहिए कि बाबिओ तुहाडियां भी चौंकियां भरदे आखे उखे तुहाडे भी कोई नहीं लगदा। जिन्ना मर्जी तुसीं जोर ला लो, किसी ने कट्टा चढ़ाया, किसी ने बकरी चोई, हाँ जी, किसी ने कोह कीता, किसी ने कोह कीता। कोई तड़के उठ के अरदासां करदा फिरदा, कोई उधर भज्जा फिरदा, कोई उधर तुरिया फिरदा। सियाणे बन जाइए। चलो नवीं धेर आई पंजाब च, अरदास करो कि कोई चंगे काम करे, ये मुद्दियां की गल करे, हैल्थ की गल करे, एजुकेशन की गल करे। तो मैनू लगता कि जे अज 22 आ ते 27 तक जांदियां इन्ने वधिया काम कर, इन्हों कोई होर्डिंग बोर्ड भी ना लाना पवे ते शराब की बोतल भी ना वंडनी पवे, तो लोग इदां ही कह देण MLA इहो चाहिदा, इहो CM चाहिदा। खरे उतरन लोगों के कामां ते जे चंगे ना कीते ते जे TC दे बेर तोड़ सकते हैं, जिहड़े सब तो उतले बेर सी ना दोनों ही। बोलो भाई, अकाली ते कांग्रेसी जिन्हां वारियां बधियां सी, मामियां ने भी एक बारी तू ते एक बारी मैं, इदां वारियां बन लैंदे ही। वो बोलो भाई है आपां भी उन्हां चों ही हां, इदां ही है ना, वारियां बन लैंदे ही। आंदे एक बार तू ते एक बार मैं, आ विच घुसड़ गए नाल ही। असा इन्हां नूं ते कईयां नूं बंदे भी नहीं सी समझदे, पर वेख लो
ਇਹ ਤੋਂ ਇੱਕ ਇਹ ਵੀ ਪਤਾ ਲੱਗਦਾ ਵੀ ਕਦੀ ਕਿਸੇ ਨੂੰ ਮਾੜਾ ਨਹੀਂ ਸਮਝਣਾ ਚਾਹੀਦਾ। ਹਾਂਜੀ, ਕਦੀ ਕਿਸੇ ਨੂੰ ਮਾੜਾ ਨਹੀਂ ਸਮਝਣਾ ਚਾਹੀਦਾ। ਪਤਾ ਨਹੀਂ ਕਿੱਥੇ ਕੀ ਵਾਪਰ ਜਾਏ। ਵੋਟ ਦੀ ਤਾਕਤ ਵਿਖਾਤੀ ਜੀ। ਅੱਛਾ, ਕਈਆਂ ਨੇ ਝੰਡੀਆਂ ਤਿੰਨੇ ਲਾਈਆਂ ਸੀ, ਉਹਦਾ ਇਹ ਕਿਹਨੂੰ ਵੋਟ ਪਾਊਗਾ? ਜਿਨ੍ਹਾਂ ਦੀਆਂ ਲਾਈਆਂ ਇਹਨਾਂ ਤਿੰਨਾਂ ਨੂੰ ਨਹੀਂ ਪਾਉਣੀ। ਵੀ ਜਿਨ੍ਹਾਂ ਦੀਆਂ ਨੇ ਝੰਡੀਆਂ ਲਾਈਆਂ ਇਹਨਾਂ ਤਿੰਨਾਂ ਨੂੰ ਵੋਟ ਨਹੀਂ ਪਾਉਣੀਆਂ ਨੇ, ਖੁਸ਼ ਸਾਰੇ ਕਰ ਦੇਣੇ ਯਾਰ ਕੀ। ਅੱਛਾ, ਸਭ ਤੋਂ ਵੱਧ ਤਕਲੀਫ ਪਤਾ ਕਈਆਂ ਨੂੰ ਹੋਈ ਆ? ਜਿਨ੍ਹਾਂ ਪੈਸੇ ਵੰਡੇ ਸੀ, ਉਹ ਵੀ ਆਂਦੇ ਨੇ ਪੈਸੇ ਵੀ ਵੰਡੇ ਆ, ਵੋਟ ਵੀ ਨਹੀਂ ਪਾਈ, ਉਹਨਾਂ ਨੂੰ ਨੀਂਦ ਥੋੜ੍ਹੀ ਜਿਹੀ ਔਖੀ ਆਈ ਹੋਣੀ ਹੈ। ਚਲੋ ਆਪਾਂ ਆਨੰਦ ਕਾਰਜ ਦੇ ਸੰਬੰਧ 'ਚ ਗੁਰਮਤਿ ਸਮਾਗਮ 'ਤੇ ਬੈਠੇ ਹਾਂ। ਮੈਂ ਤਾਂ ਇਹੋ ਹੀ ਬੇਨਤੀ ਕਰਦਾ, ਸਰਕਾਰਾਂ ਬਦਲਦੀਆਂ ਰਹਿਣੀਆਂ, ਸਭ ਕੁਝ ਬਦਲਦਾ ਰਹਿਣਾ। ਆਪਾਂ ਗੁਰੂ ਕੋਲੋਂ ਉਪਦੇਸ਼ ਲੈ ਕੇ ਆਪਣੇ ਜੀਵਨ ਨੂੰ ਬਦਲੀਏ, ਚੰਗੇ ਇਨਸਾਨ ਬਣੀਏ, ਚੰਗਾ ਸੋਚੀਏ, ਚੰਗਾ ਹੋਏਗਾ। ਨਿੱਕੀਆਂ ਨਿੱਕੀਆਂ ਗਰਜਾਂ ਬਦਲੇ। MLA ਨੂੰ, ਸਰਪੰਚ ਨੂੰ ਫੋਨ ਨਾ ਕਰਾਇਆ ਕਰੋ, ਆਪਣਾ ਸੁਧਾਰ ਕਰੀਏ। ਬਹੁਤੇ ਲੋਕ ਤੇ ਅੱਜ ਕੱਲ੍ਹ ਸਰਕਾਰਾਂ ਪਤਾ ਕੀ ਚਾਹੁੰਦੀਆਂ ਵੀ ਜੇ ਮੇਰਾ ਕੋਈ ਜਵਾਕ ਫੜਿਆ ਜਾਵੇ ਨਾ ਸ਼ਹਿਰ ਠਾਣੇ ਪਠਾਣੇ, ਕੋਈ ਪੇਪਰ ਨਾ ਹੋਏ, ਤੇ ਮੈਂ ਭੱਜ ਕੇ MLA ਸਾਹਿਬ ਨੂੰ ਫੋਨ ਕਰ ਦੇਵਾਂ। ਨਹੀਂ, ਇਹਨਾਂ ਕੰਮਾਂ ਲਈ ਨਹੀਂ ਹੁੰਦੀਆਂ ਸਰਕਾਰਾਂ। ਸਰਕਾਰਾਂ ਕੋਲੋਂ ਵੱਡੇ ਕੰਮ ਲਓ, ਜਿਹੜੇ ਤੁਹਾਡੇ ਅਸਲੀ ਮੁੱਦੇ ਨੇ। ਪੇਪਰ ਬਣਾਓ ਆਪਣੇ, ਭਾਵੇਂ ਮੋਟਰਸਾਈਕਲ ਹੈ, ਭਾਵੇਂ ਸਕੂਟਰ ਹੈ, ਭਾਵੇਂ ਗੱਡੀ ਹੈ, ਜੋ ਵੀ ਹੈ ਉਹਦਾ ਪੇਪਰ ਵਰਕ ਪੂਰਾ ਹੋਣਾ ਚਾਹੀਦਾ, ਤਾਂ ਕਿ ਅਸੀਂ ਨਿੱਕੀਆਂ ਨਿੱਕੀਆਂ ਸਿਫਾਰਿਸ਼ਾਂ ਨਾ ਕਰਾਉਂਦੇ ਫਿਰੀਏ। ਇਨਸਾਨ ਬਣੀਏ ਚੰਗੇ, ਅਸੀਂ ਚੰਗੀ ਸੋਚ ਦੇ ਮਾਲਕ ਬਣੀਏ, ਤਾਂ ਕਿ ਸਭ ਕੁਝ ਬਦਲਿਆ ਜਾ ਸਕਦਾ। ਪਾਤਸ਼ਾਹ ਜੀ ਨੇ ਇਹੋ ਗੱਲ ਕਹੀ ਹੈ, ਦੋਹੀ ਦਿੱਚੇ ਦੁਰਜਣਾ ਮਿੱਤਰਾ ਕੂ ਜਾਕਾਰ, ਜਿੱਤ ਦੋਹੀ ਸੱਜਣ ਮਿਲਣ ਲਓ ਮੁੰਦੇ ਵਿਚਾਰ, ਮਨ ਤਨ ਦੀਜੇ ਸੰਜਣਾ ਐਸਾ ਹਸਣਸਾਰ। ਆਪਣਾ ਮਨ ਵੀ ਤੇ ਆਪਣਾ ਤਨ ਵੀ ਐਸੇ ਦੇਵੀ ਗੁਣ ਰੂਪੀ ਸੱਜਣਾ ਦੇ ਹਵਾਲੇ ਕਰਦੇ। ਕਹਿਣ ਲੱਗੇ, ਜਿੰਨੀ ਚੱਲਣ ਜਾਣਿਆ ਹੇ ਸੇ ਕਿਉਂ ਕਰੇ ਵਿਥਾਰ। ਜਿਨ੍ਹਾਂ ਨੇ ਇਹ ਮਨ ਜ਼ਿੰਦਗੀ ਸੋਚ ਲਿਆ ਕਿ ਭਾਈ ਇਹ ਦੁਨੀਆ ਇੱਕ ਦਿਨ ਫਨਾਹ ਹੋ ਜਾਣੀ ਹੈ, ਉਹ ਜ਼ਿਆਦਾ ਖਿਲਾਰਾ ਨਹੀਂ ਪਾਉਂਦੇ। ਪਾਤਸ਼ਾਹ ਜੀ ਕਹਿੰਦੇ ਨੇ ਐਸਾ ਹਸਣਸਾਰ। ਤੇ ਪਾਤਸ਼ਾਹ ਜੀ ਕਿੰਨਾ ਪਿਆਰਾ ਬਚਨ ਸਾਨੂੰ ਕਰ ਰਹੇ ਨੇ, ਕਿੰਨੀ ਪਿਆਰੀ ਸਿੱਖਿਆ ਦੇ ਰਹੇ। ਨਾਨਕ ਹੇ ਨਾਨਕ ਆਖ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਜਿਨ੍ਹਾਂ ਨੇ ਸੱਚ ਨੂੰ ਆਪਣੇ ਪੱਲੇ ਬੱਧਾ ਹੈ, ਸੱਚ ਦੀ ਵਿਚਾਰ ਆਪਣੀ ਜ਼ਿੰਦਗੀ 'ਚ ਲੈ ਕੇ ਆਂਦਾ ਹੈ, ਸੱਚ ਦਾ ਖਜ਼ਾਨਾ ਆਪਣੇ ਪੱਲੇ ਬੱਧਾ। ਇਹ ਆਪਣੀ ਜ਼ਿੰਦਗੀ ਵਿੱਚ ਖੂਬਸੂਰਤ ਵਿਚਾਰ ਧਾਰਨ ਕਰੀਏ, ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ 'ਚ ਵਸਾਈਏ, ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਤੋਂ ਬਾਹਰ ਨਿਕਲੀਏ। ਜਿਨ੍ਹਾਂ ਨੇ ਤੁਹਾਡੇ ਵਿੱਚੋਂ ਅਜੇ ਆਪਣੇ ਪੁੱਤਰਾਂ ਧੀਆਂ ਦੇ ਆਨੰਦ ਕਾਰਜ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਗੁਰਮਤਿ ਤੇ ਪਹਿਰਾ ਦੇਣ ਦੀ ਗੱਲ ਕਰੋ। ਨਸ਼ਿਆਂ ਤੋਂ, ਵਹਿਮਾਂ ਤੋਂ, ਭਰਮਾਂ ਤੋਂ, ਪਖੰਡਾਂ ਤੋਂ ਅਸੀਂ ਆਨੰਦ ਕਾਰਜ ਨਾਲ ਜੁੜੀਆਂ ਹੋਈਆਂ ਰੀਤਾਂ ਘੰਟਿਆਂ ਬੱਧੀ ਲਾ ਕੇ ਕਰ ਦਿੰਦੇ ਹਾਂ, ਪਰ ਆਨੰਦ ਕਾਰਜ ਦੀ ਜਦੋਂ ਗੱਲ ਆਉਂਦੀ ਆ ਨਾ, ਉਦੋਂ ਸਾਨੂੰ ਕਾਹਲੀ ਪਈ ਹੁੰਦੀ ਹੈ। ਉਦੋਂ ਸਾਨੂੰ ਕਿੰਨਾ ਕਾਹਲ ਪਿਆ ਹੁੰਦਾ ਵੀ ਦਬ ਦਬ ਛੇਤੀ ਛੇਤੀ ਕੰਮ ਨਿਬੜ ਜਾਏ। ਪਰ ਜਿਹੜੀਆਂ ਰੀਤੀਆਂ ਨੇ ਉਹਨਾਂ ਤੇ ਅਸੀਂ ਕਿੰਨਾ ਸਮਾਂ ਲਾਉਂਦੇ ਹਾਂ। ਅੱਜ ਜਦੋਂ ਲੜਕੇ ਨੂੰ ਨਵਾਉਂਦੇ ਆ ਸਵੇਰੇ, ਇਹ ਪੁਰਾਣਾ ਜ਼ਮਾਨਾ ਹੁੰਦਾ ਸੀ ਜਦੋਂ ਸਾਬਣ ਨਹੀਂ ਸੀ ਵਧੀਆ ਹੁੰਦੇ, ਸ਼ੈਂਪੂ ਨਹੀਂ ਸੀ ਵਧੀਆ ਹੁੰਦੇ। ਅੱਜ ਤੋਂ 50 ਸਾਲ ਪਹਿਲਾਂ ਦੀਆਂ ਤੁਸੀਂ ਗੱਲਾਂ ਵੇਖੋ, ਬਜ਼ੁਰਗਾਂ ਨੂੰ ਤੇ ਪਤਾ। ਉਦੋਂ ਕਹਿਣਾ ਇਹਨੂੰ ਸਾਹੇ ਬੱਧਾ, ਸਾਹੇ ਬੱਧਾ ਸੀ ਕਹਿਣਾ ਸੀ ਇਹਨੂੰ ਵਟਣਾ ਮਲਣਾ ਵਾ, ਵੇਸਣ ਲਾ ਦਿਓ, ਥੋੜੇ ਦਿਨ ਦੇ ਹੱਥ ਪੈਰ ਚਿੱਟੇ ਨਿਕਲ ਜਾਣ, ਕੰਮ ਛਡਾ ਦੇਣਾ ਵੀ ਇਹਨੂੰ ਸਾਫ਼ ਸੁਥਰਾ ਕਰੋ। ਸਿਹਰਾ ਵੀ ਤਾਂ ਲਾਉਂਦੇ ਸੀ। ਇਹ ਕਦੀ ਸਮਾਂ ਸੀ। ਉੱਥੇ ਸਾਡੇ ਲੁਧਿਆਣੇ ਇੱਕ ਬਜ਼ੁਰਗ ਕਹਿੰਦਾ, ਪੁੱਤਰਾ ਸਾਡੇ ਇੱਦਾਂ ਦਾ ਸਮਾਂ ਵੀ ਰਿਹਾ, ਅਸੀਂ 5-7 ਭਰਾ ਸੀ। ਕਹਿੰਦਾ ਹੁਣ ਸੋਹਣੇ ਉਹਨਾਂ 'ਚੋਂ ਇੱਕ ਦੋ ਹੁੰਦੇ ਸੀ, ਬਾਕੀ ਅਸੀਂ ਲੱਕੜ ਬੇੜੇ 'ਚ ਜਿੱਦਾਂ ਦੇ ਹੈਗੇ ਸੀ ਉੱਦਾਂ ਦੇ ਸੀ। ਕਹਿੰਦਾ ਇਹ ਸਿਹਰਿਆਂ ਦਾ ਰਿਵਾਜ ਇੱਥੋਂ ਚੱਲਿਆ ਸੀ, ਮੂੰਹ ਢੱਕ ਕੇ ਖਾਣਾ। ਅੱਜ ਕੱਲ੍ਹ ਤਾਂ ਲੜਕਾ ਲੜਕੀ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ, ਪਰਿਵਾਰ ਜਾਣਦੇ ਹੁੰਦੇ ਆ। ਫਿਰ ਸ਼ੈਂਪੂ, ਸਰਫ, ਸਾਬਣ ਸਾਡੇ ਘਰਾਂ ਤਰ੍ਹਾਂ ਤਰ੍ਹਾਂ ਦੇ। ਜਿਹੜਾ ਰੋਜ਼ ਆਪ ਇਸ਼ਨਾਨ ਕਰਦਾ, ਉਹਨੂੰ ਵੀ ਆਪਾਂ ਉਹ ਦਿਨ ਵਿਹੜੇ 'ਚ ਬਿਠਾਇਆ ਹੁੰਦਾ। ਤੇ ਕਹਿੰਦੇ ਬਰਾਤ ਤਿਆਰ ਹੋ ਗਈ ਆ, ਲਾੜਾ ਕਿਉਂ ਨਹੀਂ ਅਜੇ ਤਿਆਰ ਹੋਇਆ? ਕਹਿੰਦੇ ਅਜੇ ਨਹਾਤਾ ਨਹੀਂ, ਮੂਵੀ ਵਾਲਾ ਨਹੀਂ ਆਇਆ। ਮਤਲਬ ਇਹਦਾ ਵੇਖੋ ਵੀ ਉਹ ਨਹਾਉਣਾ ਵੀ ਮੂਵੀ 'ਚ ਰਿਕਾਰਡ ਕਰਨਾ। ਤੇ ਫਿਰ ਜੇ ਤੇ ਨਿਭਦੀ ਹੋਵੇ ਪਤੀ ਪਤਨੀ ਦੀ, ਫਿਰ ਤੇ ਮੂਵੀਆਂ ਵੀ ਚੰਗੀਆਂ ਲੱਗਦੀਆਂ। ਤੇ ਜੇ ਬਣਦੀ ਨਾ ਹੋਵੇ, ਫਿਰ ਮੂਵੀ ਵੱਲ ਵੇਖਣ ਨੂੰ ਬੋਲੋ ਭੈਣੋ। ਆ ਕਈ ਬੈਠੇ ਹੋਣੇ ਆ 20-25-30 ਸਾਲ ਪੁਰਾਣੀ, ਜਿਨ੍ਹਾਂ ਦੀ ਕੋਈ ਮੂਵੀ ਬਣੀ ਹੋਣੀ ਆ। ਹੁਣ ਪੁੱਛੋ ਕਿੱਥੇ ਆ? ਨਹੀਂ, ਹੁਣ ਨਹੀਂ ਵੇਖਣ ਨੂੰ ਜੀ ਕਰਦਾ ਮੂਵੀ ਵੇਖ ਕੇ। ਤੇ ਹੁਣ ਹੋਰ ਤਰ੍ਹਾਂ ਖਿੱਚ ਚੜ੍ਹਦੀ ਆ, ਵਿਚੋਲਾ ਲੱਭਦੇ ਫਿਰਦੇ ਅਸੀਂ। ਤੇ ਉਹ ਜਿਨ੍ਹਾਂ ਦੀ ਤੇ ਬਣਦੀ ਆ, ਉਹ ਤੇ 2 ਹਫ਼ਤਿਆਂ ਬਾਅਦ ਲਾ ਕੇ ਵੇਖ ਲੈਂਦੇ ਹੋਣੇ ਆ। ਤੇ ਜਿਨ੍ਹਾਂ ਦੀ ਨਹੀਂ ਬਣਦੀ, ਉਹ ਨਿਆਣੇ ਆਂਦੇ ਆਪਾਂ ਵੇਖੀਏ ਮੂਵੀ। ਆਂਦਾ ਨਾ ਨਾ ਨਾ। ਫਿਰ ਪੁਰਾਣੇ ਦਿਨ ਚੇਤੇ ਆਉਂਦੇ ਆ। ਫਿਰ ਵਿਚੋਲੇ ਤੇ ਗੁੱਸਾ ਆਉਂਦਾ ਵੀ ਇਹਨੇ ਵੇਖਿਆ ਕੀ ਸੀ ਜਿਹੜਾ ਸਾਡਾ ਇਹ 94-95 'ਚ ਉਹਦੇ ਨਾਲ ਵਿਆਹ ਕਰਾਤਾ। ਮਤਲਬ ਇਹ ਪੁਰਾਣੀਆਂ ਗੱਲਾਂ ਆਪਾਂ ਕਰ ਰਹੇ ਹਾਂ। ਮੈਂ ਗੱਲ ਫਿਰ ਕਹਿਣਾ, ਰਿਸ਼ਤੇ ਕੁਝ ਹੁੰਦੇ ਆ ਜਿਹੜੇ ਚੁਣੇ ਜਾਂਦੇ ਆ, ਕੁਝ ਸਾਨੂੰ ਅਕਾਲ ਪੁਰਖ ਵੱਲੋਂ ਮਿਲਦੇ ਆ। ਮਾਂ ਚੁਣੀ ਨਹੀਂ ਜਾਂਦੀ, ਪਿਓ ਚੁਣਿਆ ਨਹੀਂ ਜਾਂਦਾ, ਮਾਂ ਬਾਪ ਚੁਣੇ ਜਾਂਦੇ ਕਿਤੇ ਨਾ।
ये मेरा जन्म होने लग्या पुछया रब ने मैनू तू किहड़ी मां की कुख तो जन्म लैना ना भैन भरावां की चोण आपां करदे हां हाँ शिकवे गिले भी उत्थे करदे हां जिथे असीं चोण करदे हां। तुसीं कदी तजरबा करके वेखिओ मां की आपां चोण कीती है नहीं कीती ना मैं अपने बाप की चोण कीती है। मां बाप भैन भरा इन्हां दी चोण थोड़ा करदे हां ये तो सानू मिले आ पर फिर भी प्यार करते हैं आपां। ये मेरी मां है ये मेरा प्यो है ये मेरी भैन है ये मेरी दादी है ये सानू मिले हुए ने ਜਿਹੜੇ ਅਸੀਂ ਬਣਾਉਨੇ ਆ ਉਹ ਕੀ ਆ ਉਹ ਪਤੀ ਪਤਨੀ ਚੋਣ ਕੀਤੀ ਜਾਂਦੀ ਹੈ ਇੱਥੇ ਗਿਲੇ ਕਰਦੇ ਆ ਆਪਾਂ। ਆਓ ਜੇ ਚੋਣ ਕੀਤੀ ਹੈ ਇਹਨੂੰ ਨੇਪਰੇ ਚੜਾਈਏ ਖੂਬਸੂਰਤ ਰਿਸ਼ਤੇ ਬਣ ਪਿਆਰ ਮੁਹੱਬਤ ਆਵੇ ਪਤੀ ਪਤਨੀ ਦੇ ਰਾਹੀਂ ਦੋਨਾਂ ਪਰਿਵਾਰਾਂ ਦੀ ਆਪਸ ਸਾਂਝ ਬਣਦੀ ਹੈ ਨੇੜਤਾ ਬਣਦੀ ਹੈ। ਗੁਰੂ ਬਖਸ਼ਿਸ਼ ਕਰੇ ਭਾਈ ਸੰਦੀਪ ਸਿੰਘ ਅਤੇ ਹਰਮਨਪ੍ਰੀਤ ਕੌਰ ਜਿਨ੍ਹਾਂ ਦਾ ਆਨੰਦ ਕਾਰਜ ਹੋਇਆ ਤੇ ਉਹ ਤੋਂ ਬਾਅਦ ਦੋਨਾਂ ਪਰਿਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਅੱਜ ਦਾ ਸਮਾਗਮ ਉਲੀਕਿਆ। ਮੈਂ ਪਹਿਲਾਂ ਆਰੰਭ 'ਚ ਕਹਿ ਚੁੱਕਾ ਜਦੋਂ ਵੀਰ ਸੰਦੀਪ ਸਿੰਘ ਦਾ ਮੈਨੂੰ ਬਾਹਰੋਂ ਫੋਨ ਆਇਆ ਤੇ ਮੈਨੂੰ ਅੰਦਰੋਂ ਖੁਸ਼ੀ ਹੋਈ ਵੀ ਸ਼ੁਕਰ ਹੈ ਸਾਡੇ ਨੌਜਵਾਨ ਇਸ ਬੰਨੇ ਸੋਚ ਰਹੇ ਆ ਕਿ ਅਸੀਂ ਆਪਣੇ ਆਨੰਦ ਕਾਰਜਾਂ ਤੇ ਕੋਈ ਇੱਦਾਂ ਪ੍ਰਕਾਸ਼ ਕਰਕੇ ਕੋਈ ਬਾਣੀ ਦਾ ਕੀਰਤਨ ਹੋਵੇ ਕੋਈ ਵਿਚਾਰਾਂ ਹੋਣ ਕੋਈ ਸਹਿਜ ਪਾਠ ਹੋਵੇ। ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਅੱਜ ਮਾਹੌਲ ਕੀ ਆ ਵੀ ਉੱਥੇ ਪੈਲਸਾਂ ਵਿੱਚ ਨੱਚੋ ਟੱਪੋ ਨਸ਼ਿਆਂ ਦੇ ਦੌਰ ਚਲਾਓ ਸਮਾਜ ਗਲਤ ਬੰਨੇ ਤੇ ਜਾ ਹੀ ਰਿਹਾ पर जे कोई चंगे बने तुरदा तो सानू अपने पुत्रां तियां दा हौसला वधाउणा चाहिए। रे मूड़े लाहे को तू टीला टीला टोटे को बेगताया सस्त वखर तू किन्ने नाही पापी बाधा रेना। आओ गुरु बख्शिश करे सतगुर दे चरना च अरदास है ये वीर संदीप सिंह अते हरमनप्रीत कौर दोनों का जिन्हां दा आनंद कारज होया है इन्हां दोनों के राही दोनों परिवारां दा प्यार बने इज्जत बने एक दूजे दे नाल इन्हां दी सांझ बने ये क्योंकि पति पत्नी दे राही ही दोनों रिश्ते जुड़ते हैं। यो सतगुर दे चरना च अरदास है कि असी अपने बच्चे बच्चियां दे आनंद कारज गुरु की सिक्ख्या मुताबक गुरु के उपदेश मुताबक करिए ताकि साड़ी जिंदगी बाकमाल बने खूबसूरत बने। सारियां दा धन्नवाद तुसी अपनी रजेवियां भरी जिंदगी विचों समा कढ के अज के समागम के हाज़री भरी है। दिल तो बहुत करता तुहाडे नाल होर भी विचारां की सांझ करिए पर साड़ी मजबूरी है असी अगे जाना है इस करके सारियां दा धन्नवाद तुसी अपनी रजेवियां भरी जिंदगी जो समा कढ के अज के समागम च हाज़री भरी है। शुकराना अकाल पुरख वाहिगुरू जी का जो गुरु ग्रंथ साहिब जी की गोद में बैठ के आपां अज का इस समागम विच हाज़री भरी है। इत्थों की प्रबंधक कमेटी सत्कारयोग भाई साहब होनी ते आप सारियां संगतां दा तहे दिलों धन्नवाद। अदब सत्कार नाल फतेह बुलाओ गज के आखो साध संगत जी वाहिगुरू जी का खालसा वाहिगुरू जी की फतेह।